ਸਾਹਿਬ ਜੀ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਝ ਮੁਹੱਬਤ ਤੇਰੀ ਤੋ ਸ਼ਾਹ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਦਿਲੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਖੰਡੇ ਕੱਚਿਆ ਦਿਲੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਆਓ ਗੁਰੂ ਕੇ ਪਿਆਰਿਓ, ਜਿੱਥੇ ਸਫ਼ਰ ਸ਼ਹਾਦਤ ਦੇ ਦੂਸਰੇ ਸਮਾਗਮ ਦੇ ਅੰਦਰ ਅਸੀਂ ਹਾਜ਼ਰ ਹੋ ਰਹੇ ਹਾਂ, ਜਿੱਥੇ ਗੁਰੂ ਕੇ ਸਵਾਰਿਆਂ ਪਾਸੋਂ ਅਦਬ ਸਹਿਤ ਹਰੀ ਜਸ ਕੀਰਤਨ ਸ਼ਰਵਣ ਕਰ ਰਹੇ ਸਾਂ, ਉੱਥੇ ਨਾਲ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸਮਝੀਏ। ਜੋ ਸਾਡੀ ਸਮਝ ਵਿੱਚ ਆਉਂਦਾ ਹੈ ਉਸ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਲਾਗੂ ਕਰਨ ਦਾ ਯਤਨ ਕਰੀਏ। ਬਾਣੀ ਪੜ੍ਹਨਾ, ਬਾਣੀ ਨੂੰ ਸਮਝਣਾ ਤੇ ਉਸ ਨੂੰ ਸਮਝ ਕੇ ਜ਼ਿੰਦਗੀ ਦੇ ਅੰਦਰ ਲਾਗੂ ਕਰਨਾ, ਇਹ ਸਾਡੇ ਗੁਰੂ ਸਾਹਿਬਾਨ ਦਾ ਮਕਸਦ ਸੀ। ਇਸ ਸੰਸਾਰ ਦੇ ਅੰਦਰ ਆ ਕੇ ਇਸ ਰੱਬੀ ਕਲਾਮ ਦੇ ਨਾਲ ਸਾਨੂੰ ਜੋੜਨਾ। ਅਸੀਂ ਕਈ ਵਾਰ ਬਾਣੀ ਪੜ੍ਹ ਲੈਂਦੇ ਹਾਂ, ਕਈ ਵਾਰ ਬਾਣੀ ਨੂੰ ਮੱਥਾ ਟੇਕ ਲੈਂਦੇ ਹਾਂ, ਕਈ ਵਾਰ ਥੋੜ੍ਹਾ ਬਹੁਤਾ ਬਾਣੀ ਨੂੰ ਸਮਝ ਲੈਂਦੇ ਹਾਂ, ਪਰ ਜਦੋਂ ਬਾਣੀ ਤੇ ਚੱਲਣ ਦੀ ਗੱਲ ਆਉਂਦੀ ਹੈ, ਜਦੋਂ ਬਾਣੀ ਤੇ ਅਮਲ ਕਰਨ ਦੀ ਗੱਲ ਆਉਂਦੀ ਹੈ, ਉਸ ਵੇਲੇ ਸਾਡੇ ਕੋਲ ਕੁਝ ਬਹਾਨੇ ਹੁੰਦੇ ਨੇ ਜਿਹੜੇ ਅਸੀਂ ਕੱਢ ਲੈਂਦੇ ਹਾਂ। ਪਹਿਲਾ ਬਹਾਨਾ ਅਸੀਂ ਇਹ ਕੱਢਦੇ ਹਾਂ ਵੀ ਕਲਯੁਗੀ ਜੀਵ ਆ, ਕਿੱਥੇ ਚੱਲਿਆ ਜਾਂਦਾ। ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਇਹ ਨਾ ਕਿਹਾ ਕਰੋ ਵੀ ਅਸੀਂ ਕਲਯੁਗੀ ਜੀਵ ਹਾਂ। ਜੇ ਮੱਥਾ ਟੇਕ ਕੇ ਵੀ ਕਲਯੁਗੀ ਰਹਿ ਜਾਣਾ ਹੈ ਤੇ ਫਿਰ ਮੈਨੂੰ ਨਹੀਂ ਸਮਝ ਲੱਗਦੀ ਵੀ ਮੱਥਾ ਟੇਕਣ ਦਾ ਮਤਲਬ ਕੀ ਹੈ। ਘੱਟੋ ਘੱਟ ਜਿਹੜਾ ਨਮਸਕਾਰ ਕਰਦਾ ਉਹ ਤੇ ਇਹ ਗੱਲ ਨਾ ਕਵੇ। ਦੂਸਰੀ ਗੱਲ ਅਸੀਂ ਇਹ ਕਈ ਵਾਰ ਘੜ ਲੈਂਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਖੀ ਬਹੁਤ ਹੈ, ਸਾਡੇ ਸਮਝ ਵਿੱਚ ਨਹੀਂ ਆਉਂਦੀ। ਇਹ ਵੀ ਅਸੀਂ ਬਹਾਨਾ ਇਸ ਕਰਕੇ ਘੜਿਆ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣਾ ਨਹੀਂ ਚਾਹੁੰਦੇ। ਅਸਲ ਵਿੱਚ ਜਿਹੜੀ ਚੀਜ਼ ਅਸੀਂ ਸਮਝਣੀ ਚਾਹੁੰਦੇ ਹੁੰਦੇ ਉਹ ਔਖੀ ਨਹੀਂ ਲੱਗਦੀ ਹੁੰਦੀ ਕਦੇ ਵੀ, ਤੇ ਜੇ ਔਖੀ ਵੀ ਹੋਵੇ ਤੇ ਅਸੀਂ ਸਮਝਣੀ ਛੱਡਦੇ ਨਹੀਂ ਹਾਂ। ਸਾਡੇ ਬੱਚੇ ਸਕੂਲਾਂ ਕਾਲਜਾਂ 'ਚ ਪੜ੍ਹਨ ਜਾਂਦੇ ਨੇ ਤੇ ਕਈ ਵਿਸ਼ੇ ਬੱਚਿਆਂ ਨੂੰ ਬਹੁਤ ਔਖੇ ਲੱਗਦੇ ਨੇ, ਔਰ ਜਿਹੜਾ ਵਿਸ਼ਾ ਬੱਚੇ ਨੂੰ ਔਖਾ ਲੱਗਦਾ ਅਸੀਂ ਏਦਾਂ ਥੋੜ੍ਹੀ ਕਰਦੇ ਹਾਂ ਵੀ ਇਹ ਵਿਸ਼ਾ ਰਹਿਣ ਦੇ ਬੱਚਾ। ਹੁਣ ਕਿੰਨੇ ਮਾਪੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਚਲੋ ਜੇ ਸਾਡੇ ਬੱਚੇ ਨੂੰ ਮੈਥ ਔਖੀ ਲੱਗਦੀ ਹੈ ਤੇ ਛੱਡ ਦਈਏ। ਕੋਈ ਛੱਡਦਾ? ਕੋਈ ਨਹੀਂ ਛੱਡਦਾ। ਜੇ ਸਾਇੰਸ ਔਖੀ ਲੱਗਦੀ ਹੈ, ਇੰਗਲਿਸ਼ ਔਖੀ ਲੱਗਦੀ ਹੈ, ਅਸੀਂ ਛੱਡਦੇ ਥੋੜ੍ਹੀ ਹਾਂ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਇਹ ਸੌਖੀ ਕਿਵੇਂ ਲੱਗੇਗੀ, ਇਹ ਸਮਝ ਕਿਵੇਂ ਆਏਗੀ। ਉਹਦੇ ਲਈ ਐਕਸਟਰਾ ਕਲਾਸਾਂ ਲਾਉਣੀਆਂ ਪੈਣ, ਉਹਦੇ ਲਈ ਟਿਊਸ਼ਨ ਰੱਖਣੀ ਪਵੇ, ਉਹਦੇ ਲਈ ਸਾਨੂੰ ਦਿਨ ਰਾਤ ਜਾਗਣਾ ਪਵੇ, ਉਹਦੇ ਲਈ ਸਾਨੂੰ ਮਿਹਨਤ ਕਰਨੀ ਪਵੇ, ਪਰ ਅਸੀਂ ਉਹਨੂੰ ਸਰਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹਦਾ ਮਤਲਬ ਹੈ ਵੀ ਜਿੱਥੇ ਲੋੜ ਹੋਵੇ ਨਾ ਉੱਥੇ ਅਸੀਂ ਬਹਾਨਾ ਲਾ ਕੇ ਸਾਰਦੇ ਨਹੀਂ ਹਾਂ।
ਤੇ ਜਿੱਥੇ ਸਾਨੂੰ ਲੱਗਦਾ ਹੈ ਵੀ ਸਰ ਜਾਣਾ ਹੈ, ਉੱਥੇ ਅਸੀਂ ਬਹਾਨਾ ਲਾ ਲੈਂਦੇ ਹਾਂ ਵੀ ਇਹ ਔਖੀ ਹੈ, ਸਾਡੀ ਸਮਝ ਵਿੱਚ ਨਹੀਂ ਆਉਂਦੀ। ਇਸ ਲਈ ਗੁਰੂ ਕੇ ਪਿਆਰਿਓ, ਕੋਸ਼ਿਸ਼ ਕਰੀਏ। ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਹੈ ਬੜਾ ਖੂਬਸੂਰਤ, ਵੀ ਜਿੱਥੇ ਅਸੀਂ ਆਪਣੇ ਘਰਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ, ਉਸ ਇਤਿਹਾਸ ਦੇ ਵਰਕੇ ਨੂੰ ਫਰੋਲਣਾ ਹੈ, ਉੱਥੇ ਨਾਲ ਨਾਲ ਆਪਾਂ ਬਹਿ ਕੇ ਗੁਰੂ ਬਾਬੇ ਦੀ ਬਾਣੀ ਨੂੰ ਸਮਝਦਿਆਂ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਬੋਲਾਂ ਨੂੰ ਚੇਤੇ ਕਰਨ ਦਾ ਯਤਨ ਕਰੀਏ। ਤੇ ਮੈਂ ਮੰਗਲ ਰੂਪ ਵਿੱਚ ਆਪ ਜੀ ਦੇ ਸਨਮੁਖ ਸ਼ਬਦ ਪੜ੍ਹ ਰਿਹਾ ਸਾਂ। ਬਾਬਾ ਫਰੀਦ ਜੀ ਦੇ, ਮਹਾਰਾਜ ਕਹਿੰਦੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਜਿਹੜਾ ਮੁਹੱਬਤ ਦਿਲੋਂ ਕਰਦਾ ਹੈ ਉਹ ਸੱਚਾ ਹੈ, ਤੇ ਜਿਹੜਾ ਮਨ ਹੋਰ ਹੈ, ਮੁੱਖ ਹੋਰ ਹੈ, ਉਹਨੂੰ ਬਾਬੇ ਦੀ ਬਾਣੀ ਕੱਚਿਆਂ ਨਾਲ ਤਰਜੀਹ ਦਿੰਦੀ ਹੈ। ਉਹ ਕੱਚੇ ਨੇ। ਹੁਣ ਇਹ ਫੈਸਲਾ ਕੋਈ ਦੂਜਾ ਨਹੀਂ ਕਰ ਸਕਦਾ ਹੁੰਦਾ ਵੀ ਕੱਚਾ ਕੌਣ ਹੈ, ਮਨੋਂ ਕੌਣ ਹੈ, ਮੁੱਖੋਂ ਕੌਣ ਹੈ। ਵੈਸੇ ਤਾਂ ਹਰ ਬੰਦਾ ਹੀ, ਮੇਰੇ ਵਰਗਾ ਕੋਈ ਵੀ ਇਹ ਥੋੜ੍ਹੀ ਮੰਨਦਾ ਵੀ ਮੈਂ ਮਨੋਂ ਕਹਿ ਰਿਹਾ ਕਿ ਮੈਂ ਦਿਲੋਂ ਕਹਿ ਰਿਹਾ। ਤਾਂ ਹਰ ਬੰਦਾ ਦਿਲੋਂ ਹੀ ਕਹਿੰਦਾ ਆਪਣੇ ਵੱਲੋਂ, ਪਰ ਇਹ ਆਪਣੇ ਆਪ ਵਿੱਚ ਸਾਨੂੰ ਸਾਰਿਆਂ ਨੂੰ ਫੈਸਲਾ ਕਰਨਾ ਪਏਗਾ ਵੀ ਅਸੀਂ ਦਿਲੋਂ ਕਿੰਨੇ ਕਾਂ ਤੇ ਅਸੀਂ ਮੁੱਖੋਂ ਕਿੰਨੇ ਕਾਂ। ਪ੍ਰਵਾਨ ਉਹੀ ਹੋਣਗੇ ਜਿਹੜੇ ਦਿਲੋਂ ਹੋਣਗੇ। ਜਿਹੜਾ ਸਿਰਫ ਮਨੋਂ ਗੱਲ ਨੂੰ ਸਮਝਣਾ ਚਾਹੁੰਦਾ ਹੈ, ਦਿਲੋਂ ਸਮਝਣਾ ਚਾਹੁੰਦਾ ਹੈ, ਉਹ ਤਾਂ ਪ੍ਰਵਾਨ ਹੈ। ਜਿਹੜਾ ਮੁੱਖ ਤੋਂ ਹੀ ਕਹਿੰਦਾ ਹੈ, ਉਹਨੂੰ ਬਾਬੇ ਦੀ ਬਾਣੀ ਨੇ ਬਹੁਤ ਥਾਵਾਂ ਤੇ ਕਿਹਾ ਹੈ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਏਦਾਂ ਥੋੜ੍ਹੀ ਰਾਮ ਮਿਲ ਜਾਂਦਾ ਕਿਤੇ। ਕਿਤੇ ਮਹਾਰਾਜ ਨੇ ਕਿਹਾ, ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ, ਅਨਦਿਨ ਕਰਮ ਕਰੈ ਬਹੁ ਤੇਰੇ, ਸੁਪਨੇ ਸੁੱਖ ਨਾ ਹੋਈ। ਮਹਾਰਾਜ ਕਹਿੰਦੇ ਸੁਪਨਾ ਵੀ ਨਹੀਂ ਆਉਣਾ ਤੈਨੂੰ ਤੇ ਸੁੱਖ ਦਾ। ਜਿਹੜਾ ਤੇਰਾ ਤਰੀਕਾ ਹੈ ਨਾ, ਜਿਹੜੇ ਢੰਗ ਨਾਲ ਤੂੰ ਰੱਬ ਨੂੰ ਯਾਦ ਕਰਦਾ, ਤੂੰ ਸੋਚਦਾ ਸੁੱਖ ਮਿਲੇਗਾ, ਭੁੱਲ ਜਾ, ਸੁੱਖ ਛੱਡ, ਤੈਨੂੰ ਤਾਂ ਸੁੱਖ ਦਾ ਸੁਪਨਾ ਵੀ ਨਹੀਂ ਆਉਣਾ। ਹੁਣ ਇਹ ਗੱਲਾਂ ਔਖੀਆਂ ਥੋੜ੍ਹੀ ਨੇ, ਬਿਲਕੁਲ ਸਿੰਪਲ ਗੱਲਾਂ ਨੇ, ਔਰ ਨੋਰਮਲ ਸਾਡੇ ਨਾਲ ਗੁਰੂ ਸਾਹਿਬ ਜੀ ਉਸੇ ਬੋਲੀ 'ਚ ਹੀ ਗੱਲ ਕਰਦੇ ਨੇ। ਖੈਰ, ਕੋਸ਼ਿਸ਼ ਕਰਿਆ ਕਰੀਏ ਵੀ ਬਾਣੀ ਨੂੰ ਧਿਆਨ ਨਾਲ ਸੁਣੀਏ, ਕੇਂਦਰਿਤ ਹੋਈਏ ਉਸ ਗੱਲ ਤੇ। ਗੁਰੂ ਸਾਹਿਬ ਜੀ ਦੇ ਬੋਲਾਂ ਨੂੰ ਬੜੇ ਧਿਆਨ ਨਾਲ ਸੁਣਨ ਦਾ ਯਤਨ ਕਰਿਆ ਕਰੀ। ਜਦੋਂ ਵੱਡਾ ਗੱਲ ਕਰੇ ਤੇ ਛੋਟਿਆਂ ਦਾ ਫਰਜ਼ ਬਣਦਾ ਵੀ ਉਹਨੂੰ ਧਿਆਨ ਨਾਲ ਸੁਣਿਆ ਜਾਏ। ਵੱਡੇ ਦਾ ਮਤਲਬ ਕੋਈ ਵਿਅਕਤੀ ਨਹੀਂ ਹੈ, ਪ੍ਰਚਾਰਕ ਰਾਗੀ ਢਾਡੀ ਦੀ ਮੈਂ ਗੱਲ ਨਹੀਂ ਕਰਦਾ। ਵੱਡੇ ਦਾ ਮਤਲਬ ਹੈ ਗੱਲ ਕਰਨ ਵਾਲਾ, ਕੋਈ ਕੀਰਤਨ ਕਰਨ ਵਾਲਾ ਹੋਵੇ, ਕੋਈ ਢਾਡੀ ਹੋਵੇ, ਕੋਈ ਕਵੀਸ਼ਰ ਹੋਵੇ, ਕੋਈ ਲੈਕਚਰ ਕਰਨ ਵਾਲਾ ਹੋਵੇ, ਪਰ ਗੱਲ ਵੱਡੇ ਦੀ ਕਰ ਰਿਹਾ ਹੁੰਦਾ। ਸਾਡਾ ਧਿਆਨ ਵੱਡੇ ਦੀ ਗੱਲ ਵੱਲ ਜਾਣਾ ਚਾਹੀਦਾ। ਵੱਡੇ ਦੀਆਂ ਬਾਤਾਂ ਪਾਉਣ ਵਾਸਤੇ ਬੈਠੇ ਹਾਂ ਤਾਂ ਕੋਸ਼ਿਸ਼ ਕਰੀਏ ਅਸੀਂ ਵੀ ਜਦੋਂ ਵੀ ਗੁਰੂ ਦੀ ਗੋਦ ਵਿੱਚ ਕਿਤੇ ਵੀ, ਵੈਸੇ ਨਾ ਕੁਝ ਗੱਲਾਂ ਅਸੀਂ ਬੜੀਆਂ ਫਾਰਮੈਲਿਟੀ ਵਿੱਚ ਲੈ ਲਈਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਫਾਰਮੈਲਿਟੀ 'ਚ ਬਹੁਤ ਲੈਂਦੇ ਹਾਂ। ਮਹਾਰਾਜ ਜਦੋਂ ਘਰ ਆਉਣ ਤੇ ਅਸੀਂ ਬਹੁਤ ਚਾਅ ਕਰਦੇ ਹਾਂ, ਔਰ ਕਰਨਾ ਵੀ ਚਾਹੀਦਾ। ਸਾਡੇ ਸੱਚੇ ਪਾਤਸ਼ਾਹ ਜੀ ਹਨ, ਸਾਡਾ ਸਭ ਕੁਝ ਹੀ ਨੇ। ਪਰ ਗੁਰੂ ਸਾਹਿਬ ਕਹਿੰਦੇ, ਜਿੱਥੇ ਮੈਂ ਇੱਟਾਂ ਦੇ ਘਰ ਵਿੱਚ ਆਇਆ ਨਾ ਬੱਚਿਆ, ਇੰਨਾ ਚਾਅ ਕੀਤਾ, ਨਾ ਮੈਨੂੰ ਥੋੜ੍ਹਾ ਜਿਹਾ ਥਾਂ ਹੋਰ ਦੇ, ਮੈਂ ਤੇਰੇ ਹਿਰਦੇ ਘਰ ਵਿੱਚ ਵੀ ਬਹਿਣਾ ਚਾਹੁੰਦਾ, ਉੱਥੇ ਵੀ ਥਾਂ ਦੇ ਮੈਨੂੰ। ਤੇ ਜਿਵੇਂ ਇੱਧਰ ਸਾਫ਼ ਸਫਾਈ ਕਰਦਾ ਜਦੋਂ ਮਹਾਰਾਜ ਆਉਣੇ ਹੋਣ, ਕਿੰਨਾ ਅਸੀਂ ਧਿਆਨ ਦਿੰਦੇ ਹਾਂ ਵੀ ਚੰਗੀ ਤਰ੍ਹਾਂ ਫਰਸ਼ਾਂ ਸਾਫ਼ ਕਰੋ, ਚਾਦਰਾਂ ਨਵੀਆਂ ਵਿਛਾਓ, ਪੂਰੀ ਸਾਫ਼ ਸਫਾਈ ਕਰਦੇ। ਤੇ ਜੇ ਹਿਰਦੇ ਘਰ ਵਿੱਚ ਮਹਾਰਾਜ ਨੂੰ ਥਾਂ ਦੇਣਾ ਤੇ ਫਿਰ ਉੱਥੇ ਵੀ ਐਂ ਹੀ ਸਫਾਈ ਕਰਨੀ ਪੈਂਦੀ ਹੈ। ਉੱਥੇ ਥੋੜ੍ਹੀ ਗੰਦੇ ਥਾਂ ਤੇ ਬਹਿ ਜਾਣਗੇ ਮਹਾਰਾਜ। ਜਿਵੇਂ ਬਾਹਰ ਸਫਾਈ ਦੀ ਲੋੜ ਹੈ, ਏਦਾਂ ਹੀ ਅੰਦਰ ਸਫਾਈ ਦੀ ਲੋੜ ਹੈ। ਸੋ ਗੁਰੂ ਸਾਹਿਬ ਕਹਿੰਦੇ ਉਹ ਦਿਲੋਂ ਮੁਹੱਬਤ ਹੀ ਹੋ ਸਕਦੀ ਹੈ। ਜਿਹੜੇ ਦਿਲੋਂ ਮੁਹੱਬਤ ਹੋਵੇ ਉੱਥੇ ਫਿਰ ਸੱਚਾ ਹੋ ਹੀ ਜਾਂਦਾ ਹੈ। ਧਿਆਨ ਨਾਲ ਸੁਣਿਆ ਕਰੋ, ਗੌਰ ਕਰਿਆ ਕਰੋ। ਦਿਲੋਂ ਮੁਹੱਬਤ ਜਿਨ ਸੀ ਸੱਚਿਆ, ਸਾਰੇ ਕਰਿਓ ਕਿਰਪਾ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਗੱਲਾਂ ਨਾਲ ਅਸੀਂ ਚੰਗੇ, ਗੱਲਾਂ ਨਾਲ ਅਸੀਂ ਬਹੁਤ ਚੰਗੇ,
ਪਰ ਅਸਲ ਵਿੱਚ ਚੰਗੇ ਜਦੋਂ ਬਣਨਾ ਹੈ, ਉਹਦੇ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁਦਾ ਕਾਲੀਆਂ, ਬਾਹਰੋਂ। ਵਾਹ ਵਾਹ, ਕਿਹੜੀ ਔਖੀ ਗੱਲ ਹੈ ਇੱਥੇ। ਮਹਾਰਾਜ ਕਹਿੰਦੇ ਅੰਦਰੋਂ ਕਾਲਾ ਹੈ, ਬਾਹਰੋਂ ਚਿੱਟਾ ਹੈ। ਅੰਦਰ ਕਾਲਖ ਹੈ, ਬਾਹਰ ਚਿੱਟਾਪਨ ਹੈ। ਤੇ ਜਦੋਂ ਜਦੋਂ ਕਿਤੇ ਅੰਦਰੋਂ ਕਾਲਖ ਪ੍ਰਗਟ ਹੋ ਜਾਂਦੀ ਹੈ, ਫਿਰ ਬੰਦੇ ਨੂੰ ਮੂੰਹ ਨਹੀਂ ਲੁਕਾਉਣਾ ਪੈਂਦਾ, ਫਿਰ ਲੁਕਦਾ ਨਹੀਂ ਫਿਰਦਾ ਬੰਦਾ ਵੀ ਯਾਰ ਪ੍ਰਗਟ ਹੋ ਗਈ ਹੁਣ ਤਾਂ ਗੱਲ। ਤੇ ਮੇਰੇ ਬਾਬੇ ਨੇ ਕਿੰਨੀ ਪਿਆਰੀ ਤਿਆਰੀ ਕਰਾਈ। ਮਹਾਰਾਜ ਕਹਿੰਦੇ ਮੇਰੇ ਬੱਚੇ ਆ, ਮੈਂ ਤੇਰੇ ਅੰਦਰੋਂ ਕਾਲਖ ਕੱਢ ਹੀ ਦੇਣਾ ਚਾਹੁੰਦਾ, ਜਿਹੜੀ ਪ੍ਰਗਟ ਹੀ ਕਦੇ ਨਾ ਹੋਵੇ। ਮੈਂ ਤੈਨੂੰ ਠੀਕ ਹੀ ਕਰ ਦੇਣਾ ਚਾਹੁੰਦਾ, ਬਿਲਕੁਲ ਵੀ ਰੋਗ ਪ੍ਰਗਟ ਹੀ ਨਾ ਹੋਵੇ ਕਦੇ। ਮਨੋ ਕੁਸੁਦਾ ਕਾਲੀਆਂ, ਬਾਹਰੋਂ ਚਿਟਵੀਆਂ, ਸਲਾਮ ਜਵਾਬ ਦੋਵੇਂ ਕਰੈ, ਮੁੱਢੋਂ ਕੁਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ। ਵਾਹ ਵਾਹ, ਥਾਏ ਨਕਾਈ ਪਾਏ, ਦਿਲੋਂ ਮੁਹੱਬਤ ਜੇ ਨਾ ਸਹੀ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ, ਕੱਚਿਆ ਮਤ ਜਾਣ ਸ਼ਹਿ ਗੱਲੀ ਪਾਇਆ। ਮਤਾ ਭੁਲੇਖਾ ਖਾ ਜਾਈ, ਮਤ ਜਾਣ ਸ਼ਹਿ ਗੱਲੀ ਪਾਇਆ, ਮਾਲਕ ਮਾਣੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ। ਪ੍ਰਾਣੀ ਤੂੰ ਆਇਆ ਲਾਹ ਲੈਣ, ਲਗਾ ਕਿਤ ਕੁਫਕੜੇ, ਸਭ ਮੁਕਦੇ ਚੱਲੇ, ਸਭ ਮੁਕਦੀ ਚੱਲੀ ਰਹਿਣਾ। ਕਿਵੇਂ ਰਹਿਣ ਗਵਾਈ ਸੋਈ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਦੀਨ ਦੁਨੀ ਦੇ ਮਾਲਕ, ਹਲਤ ਪਲਤ ਸਵਾਰ ਦੇਣ ਹਾਰ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਕੱਦਸ ਚਰਨਾਂ ਅੰਦਰ ਸੁਭਾਏਮਾਨ ਗੁਰੂ ਕੇ ਪਿਆਰ ਵਾਲਿਓ, ਜਿੱਥੇ ਅਦਬ ਨਾਲ ਸਤਿਗੁਰਾਂ ਦੀ ਬਾਣੀ ਨਾਲ ਕੀਰਤਨ, ਬਾਣੀ ਦੇ ਪਾਠ ਨਾਲ ਸਾਂਝ ਬਣਾ ਰਹੇ ਸਾਂ, ਚੰਦ ਘੜੀਆਂ ਇਤਿਹਾਸ, ਬਾਣੀ ਦੀ ਵਿਚਾਰ ਔਰ ਖੁਦ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਈਏ, ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੇ ਦੀ ਬਾਣੀ ਨੂੰ ਔਖਾ ਨਾ ਕਹੀਏ, ਬਦਲੀਏ ਆਪਣੇ ਆਪ ਨੂੰ। ਬਾਬੇ ਦੀ ਬਾਣੀ ਨੂੰ ਔਖੀ ਨਾ ਕਹੀਏ, ਇਤਿਹਾਸ ਨੂੰ ਗੁਰਾਂ ਦਾ ਨਾ ਕਹੀਏ, ਇਤਿਹਾਸ ਨੂੰ ਆਪਣਾ ਕਹੀਏ। ਜਿਹੜੀ ਚੀਜ਼ ਆਪਣੀ ਹੋ ਜਾਏ ਨਾ, ਉਹ ਯਾਦ ਹੋ ਜਾਂਦੀ ਹੈ, ਜਿਹੜੀ ਕਿਸੇ ਦੀ ਹੋਵੇ ਉਹ ਯਾਦ ਨਹੀਂ ਰਹਿੰਦੀ। ਤੁਸੀਂ ਕਦੀ ਵੇਖੋ ਧਿਆਨ ਨਾਲ, ਜਿਹਦੇ ਨਾਲ ਤੁਹਾਡੀ ਸਾਂਝ ਹੋਏਗੀ ਨਾ, ਉਹਨੂੰ ਯਾਦ ਨਹੀਂ ਕਰਨਾ ਪੈਂਦਾ, ਉਹ ਆਪੇ ਹੀ ਯਾਦ ਆਉਂਦਾ। ਜਿਹਦੇ ਨਾਲ ਵੀ ਰਿਸ਼ਤਾ ਹੋਵੇ ਸਾਡਾ, ਜਿਹਦੇ ਨਾਲ ਵੀ ਸਾਡੀ ਦਿਲ ਦੀ ਸਾਂਝ ਹੈ ਨਾ, ਉਹਨੂੰ ਯਾਦ ਨਹੀਂ ਕਰਨਾ ਪੈਂਦਾ, ਸੁੱਤਿਆਂ ਵੀ ਯਾਦ ਆ ਜਾਂਦਾ। ਸੁਪਨਾ ਕਿਹਦਾ ਆਉਂਦਾ ਬੰਦੇ ਨੂੰ? ਜਿਹਦੇ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੋਵੇ। ਤੇ ਜਿਹਦੇ ਨਾਲ ਰਿਸ਼ਤਾ ਨੇੜੇ ਦਾ ਨਾ ਹੋਵੇ, ਉਹ ਕਈ ਵਾਰ ਚੇਤਾ ਵੀ ਕਰਾਇਆ ਜਾਏ, ਯਾਦ ਵੀ ਕਰਾਇਆ ਜਾਏ, ਤਾਂ ਵੀ ਯਾਦ ਨਹੀਂ ਰਹਿੰਦਾ। ਹੁਣ ਇਤਿਹਾਸ ਸਾਡਾ ਆਪਣਾ, ਸਾਡੇ ਦਾਦਿਆਂ ਪੜਦਾਦਿਆਂ ਦਾ, ਸਾਡੇ ਵੱਡ ਵਡੇਰਿਆਂ ਦਾ, ਸਾਡੇ ਪੁਰਖੇ, ਸਾਡੇ ਦਾਦਾ ਪੜਦਾਦਿਆਂ ਦਾ ਇਤਿਹਾਸ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਅਸੀਂ ਚੇਤੇ ਕਰ ਸਕੀਏ।
ਮੈਂ ਕੱਲ ਦੇ ਦੀਵਾਨ ਵਿੱਚ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਵੀ ਕੁਝ ਗੱਲਾਂ ਨੇ ਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਯੂਨੀਵਰਸਲ ਨੇ ਔਰ ਜਿਨ੍ਹਾਂ ਨੂੰ ਬੜੀ ਛੇਤੀ ਸਾਨੂੰ ਸਮਝਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਆਪਾਂ ਇਹ ਕਰਦੇ ਸਾਂ ਕੱਲ ਦੇ ਦੀਵਾਨ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਵਾਰ ਦੁਨੀਆ ਦੇ ਅੰਦਰ ਇਹ ਫੀਲ ਕਰਾਇਆ ਕਿਸੇ ਨੂੰ ਵੀ ਪੀੜ ਕਿਸੇ ਦੂਜੇ ਦੀ ਪੀੜ ਨਹੀਂ ਹੁੰਦੀ, ਆਪਣੀ ਪੀੜ ਹੁੰਦੀ ਹੈ। ਦਰਦ ਕਿਸੇ ਦੂਜੇ ਦਾ ਨਹੀਂ ਹੁੰਦਾ, ਆਪਣਾ ਹੀ ਹੁੰਦਾ। ਜਦੋਂ ਮਨੁੱਖ ਦੂਜਿਆਂ ਦੇ ਦਰਦ ਨੂੰ ਆਪਣਾ ਸਮਝਣ ਲੱਗ ਜਾਂਦਾ ਫਿਰ ਉਸ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਫਿਰ ਭਾਵੇਂ ਸੀਸ ਦੇਣਾ ਪੈ ਜਾਏ, ਫਿਰ ਭਾਵੇਂ ਤੱਤੀ ਤਵੀ ਤੇ ਬਹਿਣਾ ਪੈ ਜਾਏ, ਫਿਰ ਭਾਵੇਂ ਉਬਲਦੀ ਦੇਗ 'ਚ ਬਹਿਣਾ ਪੈ ਜਾਏ। ਜਦੋਂ ਪੀੜ ਦੂਜੇ ਦੀ ਹੁੰਦੀ ਹੈ ਫਿਰ ਉਹਨੂੰ ਦੂਰ ਕਰਨ ਲਈ ਅਸੀਂ ਬਹੁਤੇ ਚਿੰਤਤ ਨਹੀਂ ਹੁੰਦੇ। ਸਾਨੂੰ ਸਾਰਿਆਂ ਨੂੰ ਦਿਸਦਾ ਹੈ ਵੀ ਅੱਜ ਸਮਾਜ ਪੀੜਾ ਵਿੱਚ ਇਹਦੀ ਲੰਘ ਰਿਹਾ, ਪਰ ਹਰ ਇੱਕ ਨੂੰ ਲੱਗਦਾ ਹੈ ਵੀ ਇਹ ਪੀੜ ਕਿਸੇ ਦੂਜੇ ਦੀ ਹੈ, ਮੇਰੀ ਪੀੜ ਨਹੀਂ ਹੈ। ਬਹੁਤ ਪੱਖ ਨੇ ਪੰਜਾਬ ਦੇ ਜਾਂ ਭਾਰਤ ਦੇ, ਕਹਿ ਲਓ ਜੇ ਅਸੀਂ ਪੰਜਾਬ ਦੇ ਗੱਲ ਕਰੀਏ ਤੇ ਪੰਜਾਬ ਦੀਆਂ ਬੜੀਆਂ ਪੀੜਾਂ ਨੇ ਇਸ ਤਰ੍ਹਾਂ ਦੀਆਂ, ਜਿਹੜੇ ਪੀੜਾਂ ਦਾ ਜੇ ਮੈਂ ਜ਼ਿਕਰ ਕਰਨ ਲੱਗਾ ਤੇ ਬਹੁਤ ਲੰਮਾ ਚੌੜਾ ਸਮਾਂ ਚਾਹੀਦਾ ਉਹਨਾਂ ਵਾਸਤੇ। ਬੜੀਆਂ ਪੀੜਾਂ ਨੇ ਇੱਥੇ। ਰਿਸ਼ਤਿਆਂ 'ਚ ਵਿਸ਼ਵਾਸ ਨਹੀਂ ਰਿਹਾ, ਸਾਂਝਾਂ ਬਹੁਤੀਆਂ ਗੂੜੀਆਂ ਨਹੀਂ ਰਹੀਆਂ, ਰਿਸ਼ਤੇ ਸੈਲਫਿਸ਼ ਹੋ ਗਏ। ਹਰ ਰਿਸ਼ਤਾ ਬਾਣੀ ਦੇ ਅੰਦਰ ਰੱਬ ਨੇ ਜਦੋਂ ਤਰਜੀਹ ਦਿੱਤੀ ਹੈ ਨਾ ਕਿਸੇ ਨਾਲ, ਵੈਸੇ ਬਾਣੀ 'ਚ ਕਿਹਾ ਵੀ ਰੱਬ ਕਿਸੇ ਵਰਗਾ ਨਹੀਂ ਹੈ। ਬਾਣੀ 'ਚ ਲਿਖਿਆ ਵੀ ਤੇਰੀ ਤਰਜੀਹ ਕਿਹਦੇ ਨਾਲ ਦਈਏ, ਤੂੰ ਕਿਸੇ ਵਰਗਾ ਹੈ ਹੀ ਨਹੀਂ। ਔਰ ਸ਼ਬਦ ਵਰਤੇ ਮਹਾਰਾਜ ਨੇ, ਮਹਾਰਾਜ ਕਹਿੰਦੇ ਗੁਣ ਇਹੋ ਹੋਰ ਨਾ ਹੀ ਕੋਏ। ਇਹਦਾ ਮਤਲਬ ਇਹ ਨਹੀਂ ਹੈ ਵੀ ਉਹਦੇ 'ਚ ਇੱਕੋ ਹੀ ਗੁਣ ਹੈ, ਹੋਰ ਕੋਈ ਗੁਣ ਨਹੀਂ ਹੈ। ਗੁਣ ਇਹੋ ਹੋਰ ਨਾ ਹੀ ਕੋਏ, ਇਹਦਾ ਅਰਥ ਹੈ ਵੀ ਉਹਦਾ ਇਹ ਗੁਣ ਹੈ ਵੀ ਉਹਦੇ ਵਰਗਾ ਹੋਰ ਕੋਈ ਨਹੀਂ ਹੈ, ਕੋਈ ਕਿਸੇ ਨਾਲ ਮੁਕਾਬਲਾ ਨਹੀਂ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ 35 ਮਹਾਂਪੁਰਸ਼ਾਂ ਨੇ ਕਿਤੇ ਕਿਤੇ ਜਦੋਂ ਜ਼ਿਕਰ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਤੇ ਮਾਂ, ਰੱਬ ਤੇ ਮਾਂ ਇੱਕੋ ਜਿਹੇ ਹੁੰਦੇ ਨੇ। ਰੱਬ ਤੇ ਗੁਰੂ 'ਚ ਬਹੁਤਾ ਫਰਕ ਨਹੀਂ ਹੁੰਦਾ। ਪਰ ਤੁਸੀਂ ਵੇਖੋ ਕਲਯੁਗ ਦਾ ਪ੍ਰਭਾਵ, ਸਮੇਂ ਦਾ ਪ੍ਰਭਾਵ ਕਿੰਨਾ ਪਿਆ ਹੈ ਸਮਾਜ ਤੇ। ਮਾਂ ਵਰਗਾ ਪਵਿੱਤਰ ਰਿਸ਼ਤਾ ਵੀ ਭੈ ਭੀਤ ਕਰ ਦਿੱਤਾ ਹੈ। ਮਾਂ ਵਰਗਾ ਪਵਿੱਤਰ ਰਿਸ਼ਤਾ, ਮੈਨੂੰ ਨਹੀਂ ਲੱਗਦਾ ਇਹਦੇ ਨਾਲੋਂ ਵਧੀਆ ਕੋਈ ਰਿਸ਼ਤਾ ਦੁਨੀਆ ਤੇ ਹੁੰਦਾ ਹੈ। ਕਿਉਂਕਿ ਮਾਂ ਆਂਦਰਾਂ ਹੁੰਦੀ, ਔਲਾਦ ਮਾਂ ਦੀਆਂ ਆਂਦਰਾਂ ਹੁੰਦੀਆਂ ਨੇ। ਪਰ ਤੁਸੀਂ ਵੇਖਦੇ ਹੋ ਸਮਾਜ ਦੇ ਅੰਦਰ ਮਾਂ ਤੇ ਪੁੱਤ ਦਾ ਰਿਸ਼ਤਾ ਵੀ ਕਲੰਕਿਤ ਹੋ ਗਿਆ ਔਰ ਬੜੀ ਤਰਸਯੋਗ ਹਾਲਤ ਹੈ। ਬਾਣੀ 'ਚ ਗੁਰੂ ਸਾਹਿਬ ਜੀ ਨੇ ਇੱਕ ਵਾਕ ਵਰਤਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਿੰਤਾ ਨਾ ਕਰਿਆ ਕਰ। ਬਾਣੀ 'ਚ ਬੜੇ ਥਾਵਾਂ ਤੇ ਮਹਾਰਾਜ ਕਹਿੰਦੇ ਨਾ ਚਿੰਤਾ ਕਰਿਆ ਕਰ, ਫਿਕਰ ਨਾ ਕਰਿਆ ਕਰੋ, ਪਰ ਇੱਕ ਥਾਂ ਤੇ ਕਹਿੰਦੇ ਚਿੰਤਾ ਕਰਿਆ ਵੀ ਕਰ। ਹੁਣ ਮੈਂ ਤਾਂ ਕਿਹਾ ਸੀ ਵੀ ਬਾਣੀ ਨੂੰ ਸਮਝਣਾ ਧਿਆਨ ਨਾਲ ਪੈਂਦਾ ਥੋੜਾ ਜਿਹਾ। ਮਹਾਰਾਜ ਬਾਣੀ 'ਚ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਜਦੋਂ ਅਣਹੋਣੀ ਹੋਵੇ ਨਾ ਫਿਰ ਚਿੰਤਾ ਕਰਨੀ ਬਣਦੀ ਹੈ। ਅਦਰਵਾਈਜ਼ ਬਾਣੀ 'ਚ ਲਿਖਿਆ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਤੂੰ ਚਿੰਤਾ ਨਾ ਕਰਿਆ ਕਰ, ਕਰਤੇ ਨੂੰ ਚਿੰਤਾ ਹੈ। ਪਰ ਇਹ ਵੀ ਲਿਖਿਆ ਵੀ ਜਦੋਂ ਅਣਹੋਣੀ ਹੋ ਜਾਏ, ਜਦੋਂ ਜੱਗੋਂ ਤੇਰਵੀਂ ਵਾਪਰ ਲੱਗ ਜਾਏ, ਫਿਰ ਤੈਨੂੰ ਚਿੰਤਾ ਕਰਨੀ ਚਾਹੀਦੀ ਹੈ। ਤੇ ਜੱਗੋਂ ਤੇਰਵੀਂ ਵਾਪਰ ਰਹੀਆਂ ਨੇ। ਸਮਾਜ ਇੰਨਾ ਸੈਲਫਿਸ਼ ਹੈ, ਸਮਾਜ ਵਿੱਚ ਇੰਨਾ ਕੁਝ ਆਪਣੀ ਇੱਥੋਂ ਤੱਕ, ਚਲੋ ਮਾਂ ਰਿਸ਼ਤਾ ਵੀ ਮੈਂ ਛੱਡ ਦਿੰਦਾ, ਇਹਨੂੰ ਵੀ ਰਹਿਣ ਦਿੰਦੇ ਹਾਂ। ਅਸੀਂ ਤੇ ਗੁਰੂ ਨੂੰ ਵੀ ਵਪਾਰ ਲਈ ਵਰਤਦੇ ਹਾਂ, ਅਸੀਂ ਤੇ ਗੁਰੂ ਨਾਲ ਵੀ ਸੌਦੇ ਕਰਦੇ ਹਾਂ। ਛੱਡਿਆ ਕੀ ਹੈ ਅਸੀਂ? ਪਵਿੱਤਰਤਾ ਰਹਿਣ ਕਿੱਥੇ ਦਿੱਤੀ ਹੈ? ਬਾਣੀ 'ਚ ਵਾਕ ਮਹਾਰਾਜ ਵਰਤਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਮੇਰੇ ਕੋਲ ਆਉਣਾ ਹੈ ਨਾ ਬੱਚਿਆ, ਤੇ ਇੱਕ ਚੀਜ਼ ਧਿਆਨ ਨਾਲ ਸਮਝ ਕੇ ਆਈ ਮੇਰੇ ਬੱਚੇ, ਮੇਰੇ ਕੋਲ ਜਦੋਂ ਆਵੇਂ ਤੇ ਏਦਾਂ ਆਈ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ। ਜਿਹੜਾ ਸੇਵਾ ਕਰਦੇ ਆ ਨਾ ਨਿਹਕਾਮ ਹੋ ਜਾਏ, ਕੁਛ ਨਹੀਂ ਚਾਹੀਦਾ ਮੈਨੂੰ। ਤੇ ਮਹਾਰਾਜ ਕਹਿੰਦੇ ਜਦੋਂ ਤੂੰ ਐ ਸੋਚੇਗਾ ਨਾ ਕੁਛ ਨਹੀਂ ਚਾਹੀਦਾ, ਤੇ ਫਿਰ ਕੀ ਹੋ ਜਾਂਦਾ? ਤਿਸ ਕੋ ਹੋਤ, ਫਿਰ ਰੱਬ ਹੀ ਮਿਲ ਜਾਂਦਾ ਉਹਨੂੰ। ਤੇ ਜਿਹਦੇ ਕੋਲ ਰੱਬ ਹੈ ਉਹਨੂੰ ਕਿਸੇ ਹੋਰ ਚੀਜ਼ ਦੀ ਕੀ ਲੋੜ ਹੈ ਭਲਾ? 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਬਾਕੀ ਚੀਜ਼ਾਂ ਤੇ ਆਪੇ ਹੀ ਨਾਲ ਨਾਲ ਆ ਜਾਣੀਆਂ ਨੇ।
ਜਦੋਂ ਅਸੀਂ ਕਰਤੇ ਨਾਲ ਹੀ ਜੁੜ ਗਏ, ਮੁੱਢ ਸਾਡਾ ਉਹਦੇ ਨਾਲ ਹੀ ਜੁੜ ਗਿਆ, ਫਿਰ ਬਾਕੀ ਚੀਜ਼ਾਂ ਤੇ ਪਿੱਛੇ ਰਹਿ ਜਾਣਗੀਆਂ, ਉਹਨਾਂ ਦੀ ਕੋਈ ਬਹੁਤੀ ਵੱਡੀ ਗੱਲ ਨਹੀਂ ਰਹਿ ਜਾਣੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਧਿਆਨ ਨਾਲ ਸਮਝਿਓ, ਮੈਂ ਕੋਸ਼ਿਸ਼ ਕਰਾਂਗਾ ਆਪਣੇ ਸਮੇਂ ਵਿੱਚ ਹੀ ਰਹਿ ਕੇ ਸਮਾਪਤੀ ਕਰਾਂ, ਔਰ ਇਤਿਹਾਸ ਦੀ ਲੜੀ ਨੂੰ ਵੀ ਆਪਾਂ ਆਰੰਭ ਕਰ ਰਹੇ ਹਾਂ ਨਾਲ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਗੱਲ ਤੇਰੇ ਧਿਆਨ ਵਿੱਚ, ਤੇਰੇ ਜੇਨ ਵਿੱਚ ਰਹਿਣੀ ਚਾਹੀਦੀ ਹੈ ਵੀ ਚਿੰਤਾ ਉਦੋਂ ਕਰਨੀ ਬਣਦੀ ਹੈ ਜਦੋਂ ਅਣਹੋਣੀ ਵਾਪਰ ਜਾਏ। ਤੇ ਅਣਹੋਣੀ ਕੀ ਹੈ? ਵੀ ਮੇਰੇ ਕੋਲ ਆਵੇਂ ਤੇ ਨਿਹਕਾਮ ਹੋ ਕੇ ਆਵੇਂ, ਤੇ ਤੇਰੇ ਕੋਲ ਰੱਬ ਹੀ ਹੋਏਗਾ। ਤੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਤੇ ਮੇਰੇ ਨਾਲ ਵੀ ਭਲੀ ਨਹੀਂ ਕੀਤੀ, ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੇ। ਤੁਸੀਂ ਤੇ ਮੇਰੇ ਕੋਲ ਵੀ ਸਵਾਰਥੀ ਹੋ ਕੇ ਆਉਨੇ ਆ, ਮੈਂ ਤੁਹਾਨੂੰ ਕਹਿਣਾ ਕਿਤੇ ਵੀ ਸਵਾਰਥੀ ਨਾ ਹੋ। ਮੈਂ ਤਾਂ ਤੁਹਾਡੀ ਹੋਰ ਤਿਆਰੀ ਕਰਾ ਰਿਹਾ, ਤੁਹਾਡਾ ਮੈਂ ਇੱਕ ਬਹੁਤ ਵੱਡੇ ਪੱਧਰ ਤੇ ਤਿਆਰੀ ਕਰਾ ਰਿਹਾ, ਤੁਹਾਡੀ ਪੜ੍ਹਾਈ ਕਰਾ ਰਿਹਾ। ਤੇ ਤੁਸੀਂ ਘੱਟੋ ਘੱਟ ਜੇ ਸਾਰੇ ਸੰਸਾਰ 'ਚ ਨਹੀਂ ਤੇ ਮੈਨੂੰ ਤੇ ਛੱਡੋ, ਤੁਸੀਂ ਤੇ ਮੇਰੇ ਕੋਲ ਵੀ ਸਵਾਰਥੀ ਹੋ ਕੇ ਆਉਨੇ ਹੋ। ਨਾਵਣ ਚੱਲੇ ਤੀਰਥੀ ਮਨ ਖੋਟੇ, ਇੱਕ ਭੌ ਲੱਥੀ ਨਹਾਤਿਆ, ਛੱਡ ਕੇ ਇੱਕ ਆਏ ਲੈ ਕੇ ਦੋ ਆਏ ਬਿਮਾਰੀਆਂ। ਹਾਲਾਂਕਿ ਸਾਰਾ ਕੁਝ ਛੱਡ ਕੇ ਆਉਣਾ ਸੀ। ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ। ਹੁਣ ਸਾਡੇ ਕੁਝ ਬਾਬਿਆਂ ਨੇ ਇਹਨਾਂ ਦੇ ਅਰਥ ਵੀ ਬੜੇ ਅਜੀਬ ਕਰਕੇ ਵਿਖਾਏ ਨੇ ਸਾਨੂੰ, ਵੀ ਜਦੋਂ ਸਾਧੂ ਨੂੰ ਮਿਲਣ ਜਾਣਾ ਹੋਵੇ ਤੇ ਇਕੱਲੇ ਹੀ ਮਿਲਣ ਜਾਈਦਾ। ਬਹੁਤ ਸਾਧੂ ਏਦਾਂ ਦੇ ਨੇ ਜਿਹੜੇ ਕਹਿੰਦੇ ਮੈਨੂੰ ਮਿਲਣਾ ਤੇ ਇਕੱਲੇ ਹੀ ਮਿਲਿਓ, ਕਿਉਂਕਿ ਲੱਛਣ ਨਹੀਂ ਚੰਗੇ, ਆਦਤਾਂ ਨਹੀਂ ਚੰਗੀਆਂ, ਕਿਸੇ ਦੇ ਸਾਹਮਣੇ ਮਿਲ ਨਹੀਂ ਸਕਦੇ। ਤੇ ਇਸ ਕਰਕੇ ਭਾਂਡਾ ਭੱਜ ਨਾ ਜਾਏ ਤੇ ਘੱਟੋ ਘੱਟ ਇੱਕ ਹੀ ਲਿਆਓ ਜਿਹੜਾ ਗਵਾ ਦੇਣ ਵਾਲਾ ਤੇ ਨਾ ਕੋਈ ਹੋਵੇ ਵੀ ਨਹੀਂ ਮੇਰੇ ਸਾਹਮਣੇ ਵੀ ਵਾਪਰੇ, ਇੱਕੋ ਹੀ ਚਾਹੀਦਾ। ਤੇ ਕੋਟੇਸ਼ਨ ਗੁਰੂ ਗ੍ਰੰਥ ਸਾਹਿਬ 'ਚ ਵਰਤ ਲਈ ਵੀ ਬਾਣੀ 'ਚ ਲਿਖਿਆ ਸਾਧੂ ਕੋ ਮਿਲਣੇ ਜਾਈਏ। ਹੁਣ ਅਸੀਂ ਭੋਲੇ ਬੰਦੇ ਆ, ਸਿੱਖ ਸਾਡੇ ਬੜੇ ਭੋਲੇ ਨੇ। ਜਦੋਂ ਕੋਈ ਬਾਣੀ 'ਚੋਂ ਕੋਟੇਸ਼ਨ ਵਰਤ ਲੈਂਦਾ ਨਾ ਤੇ ਕਹਿੰਦੇ ਨੇ ਹਾਂ ਜੇ ਬਾਣੀ 'ਚ ਲਿਖਿਆ ਫਿਰ ਤਾਂ ਗੱਲ ਵੇਖੋ ਠੀਕ ਹੀ ਹੈ। ਹੁਣ ਇਹ ਨਹੀਂ ਵੇਖਿਆ ਵੀ ਜਦੋਂ ਇਹ ਸ਼ਬਦ ਜਿੱਥੇ ਵਰਤਿਆ ਹੈ, ਜਿੱਥੇ ਇਹ ਸ਼ਲੋਕ ਵਰਤਿਆ, ਉੱਥੇ ਮਹਾਰਾਜ ਕਿਹੜੇ ਪ੍ਰਕਰਣ ਵਿੱਚ ਗੱਲ ਚੱਲ ਰਹੀ ਹੈ। ਉਹ ਜਿਹੜੇ ਸ਼ਲੋਕ ਨੇ ਨਾ, ਉੱਥੇ ਸਾਥ ਨਾ ਲੀਜੇ ਕੋਏ, ਔਰ ਉਹਦੇ ਅਗਲੇਰੇ ਬੰਨੇ ਜਦੋਂ ਸ਼ਬਦ ਵਰਤਿਆ ਪਾਛੇ ਪਾਉ ਨਾ ਕੀਜੀਏ ਆਗੇ ਹੋਏ। ਹੁਣ ਧਿਆਨ ਨਾਲ ਵੇਖਿਓ, ਗੁਰੂ ਕੋਲ ਮਿਲਣ ਜਾਈਏ ਤੇ ਕੁਝ ਚੀਜ਼ਾਂ ਸਾਡੇ ਨਾਲ ਜਾਂਦੀਆਂ ਨੇ, ਉਹ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਤੇ ਗੁਰੂ ਕਹਿੰਦਾ ਸਿੱਧਾ ਹੋ ਕੇ ਤੁਰ, ਕਾਮ ਕਹਿੰਦਾ ਕੋਈ ਨਹੀਂ ਅਜੇ ਬਥੇਰੀ ਉਮਰ ਪਈ ਹੈ। ਇਹਨੂੰ ਗੁਰੂ ਸਾਹਿਬ ਕਹਿੰਦੇ ਨਾਲ ਨਾ ਲਿਆਇਆ ਕਰ। ਗੁਰੂ ਸਾਹਿਬ ਜੀ ਕਹਿੰਦੇ ਸਿੱਧਾ ਹੋ ਕੇ ਤੁਰ, ਲੋਭ ਕਹਿੰਦਾ ਕੋਈ ਨਹੀਂ ਬਥੇਰੀ ਉਮਰ ਪਈ ਹੈ, ਬੁਢੇਪੇ 'ਚ ਜਾ ਕੇ ਕਰ ਲਾਂਗੇ ਰੱਬ ਦਾ ਸਾਥ, ਅਜੇ ਹੁਣੇ ਥੋੜ੍ਹੀ ਤੁਰ ਪੈਣਾ। ਹੁਣ ਤੁਹਾਨੂੰ ਉਹ ਸ਼ਲੋਕ ਜਦੋਂ ਸਾਰੇ ਕਬੀਰ ਸਾਹਿਬ ਜੀ ਦੇ ਪੜ੍ਹੋਗੇ ਨਾ, ਬਦਕਿਸਮਤੀ ਮੇਰੀ ਕੌਮ ਦੀ ਇਹ ਹੈ ਵੀ ਅਸੀਂ ਕਬੀਰ ਜੀ ਦੇ ਸ਼ਲੋਕ ਸਿਰਫ ਭਾਈ ਸਾਹਿਬ ਜੀ ਨੂੰ ਕਹਿੰਦੇ ਆ ਵੀ ਜਦੋਂ ਕਬੀਰ ਜੀ ਦੇ ਸ਼ਲੋਕ ਆਏ ਸਪੀਕਰ ਲਾ ਦਿਓ ਬਸ। ਇਦਾਂ ਹੀ ਹੈ ਸਾਡਾ ਟ੍ਰੈਡੀਸ਼ਨਲ ਜਿਹੜਾ ਵਿਚਾਰਧਾਰਾ ਹੈ ਸਾਡੀ ਕੀ ਹੈ, ਭਾਈ ਸਾਹਿਬ ਜੀ ਜਦੋਂ ਕਬੀਰ ਜੀ ਦੇ ਸ਼ਲੋਕ ਆਏ ਨਾ ਤੇ ਸਪੀਕਰ ਲਾ ਦਿਓ। ਸੁਣਨੇ ਨੇ ਅਸੀਂ ਧਿਆਨ ਨਾਲ, ਨਹੀਂ ਉਦਾਂ ਵਧੀਆ ਲੱਗਦੇ। ਤੇ ਮੈਂ ਕਈ ਵਾਰ ਹੱਸਦਾ ਹੁੰਦਾ, ਸਾਰੀ ਬਾਣੀ ਤੇ ਚਲੋ ਗੱਲ ਹੋ ਸਕਦਾ ਵੱਡੀ ਵੀ ਹੋਵੇ, ਹੋ ਸਕਦਾ ਔਖਾ ਵੀ ਹੋਵੇ। ਅਸੀਂ ਤੇ 57 ਭੋਗ ਵਾਲੇ ਸ਼ਲੋਕ ਵੀ ਧਿਆਨ ਨਾਲ ਨਹੀਂ ਸੁਣੇ। ਸਾਨੂੰ ਇੰਨਾ ਹੀ ਪਤਾ ਵੀ ਦੋ ਬਾਬੇ ਬਹਿ ਜਾਂਦੇ ਨੇ, ਜਦੋਂ ਇਕੱਠੇ ਬਹਿ ਜਾਣ ਤੇ ਟਿਊਨ ਜੀ ਏਦਾਂ ਦੀ ਨਿਕਲੇ ਨਾ, ਜਦੋਂ ਗੁਣ ਗੋਬਿੰਦ ਗਾਇਓ ਨਹੀਂ, ਫਿਰ ਅਸੀਂ ਹਿਸਾਬ ਲਾ ਲੈਂਦੇ ਵੀ ਹੁਣ ਭੋਗ ਪੈਣ ਵਾਲਾ। ਬਸ ਸਾਨੂੰ ਨਹੀਂ ਪਤਾ ਉਹਨਾਂ ਦੋਵਾਂ ਨੇ ਕੀ ਪੜ੍ਹਨਾ, ਕੀ ਉਹਨਾਂ ਨੇ ਕਹਿਣਾ, ਕੀ ਉਹਦੇ 'ਚ ਆਉਣਾ ਹੈ, ਸਾਨੂੰ ਕੋਈ ਮਤਲਬ ਨਹੀਂ। ਉਹਦੇ 'ਚ ਵੀ ਮਹਾਰਾਜ ਬੜਿਆਂ ਥਾਵਾਂ ਤੇ ਕਹਿੰਦੇ ਕਰਨੋ ਹੋ ਤੋ ਸੋ ਨਾ ਕੀਓ। ਤੂੰ ਜੋ ਕਰਨਾ ਸੀ ਉਹ ਤੇ ਕੀਤਾ ਹੀ ਨਹੀਂ। ਪਾਠ ਕਰਾ ਕੇ ਕਿਹੜਾ ਤੂੰ ਉਹ ਕਰਨਾ ਹੈ ਜੋ ਕਰਨਾ ਚਾਹੀਦਾ। ਕਰਨੋ ਹੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ। ਅੰਨਿਆ ਹੁਣ ਕਾਤੋਂ ਰੋਂਦਾ, ਸਾਨੂੰ ਇਹਨੇ ਮਾਰ ਲਿਆ, ਸਾਡੇ ਪੰਜਾਬ ਨੂੰ ਇਹਨੇ ਤਬਾਹ ਕਰਤਾ, ਤੂੰ ਵੀ ਵਿੱਚ ਹੀ ਸ਼ਾਮਲ ਹੈ ਤਬਾਹ ਕਰਨ ਵਾਲਿਆਂ ਦੇ। ਠੀਕ ਹੈ ਕਿਸੇ ਨੇ 90% ਤਬਾਹ ਕੀਤਾ ਹੋਏਗਾ, ਤੂੰ 10% ਵਾਲਿਆਂ 'ਚ ਹੋਏਗਾ, ਪਰ ਜਿੱਦਣ ਤਬਾਹ ਕਰਨ ਵਾਲਿਆਂ ਦੀ ਲਿਸਟ ਬਣੇਗੀ ਨਾ,
ਜੇ ਪਹਿਲੇ ਤੇ ਤੇਰਾ ਨਾਂ ਨਹੀਂ ਆਏਗਾ ਤੇ ਅਖੀਰਲੇ ਨਾ ਥਾਂ ਤੇ ਤੇਰਾ ਵੀ ਨਾਂ ਹੋਣਾ ਹੈ ਉੱਥੇ। ਇਹ ਨਾ ਸੋਚੀ ਸੁਰਖਰੂ ਹੋ ਜਾਏਗਾ ਤੂੰ। ਕਿਉਂ ਨਹੀਂ ਹੋ ਸਕਿਆ, ਕਿਉਂ ਨਹੀਂ ਬਣ ਸਕਿਆ? ਮੈਂ ਬੜੀ ਵਾਰ ਕਹਿਣਾ ਹੁੰਦਾ ਵੀ ਜੇ ਗੁਰੂ ਨਾਨਕ ਦੀ ਗੱਲ ਨੂੰ ਸਿੱਖਾਂ ਨੇ ਧਿਆਨ ਨਾਲ ਸਮਝਿਆ ਹੁੰਦਾ ਤੇ ਅੱਜ ਪੂਰੀ ਦੁਨੀਆ ਨੇ ਇਸ ਪੰਜਾਬ ਨੂੰ ਕਾਪੀ ਕਰਨਾ ਸੀ। ਪੂਰੀ ਦੁਨੀਆ ਨੇ ਪੰਜਾਬ ਦੇ ਲੋਕਾਂ ਤੋਂ ਜੀਵਨ ਸ਼ੈਲੀ ਸਿੱਖਣ ਆਇਆ ਕਰਨਾ ਸੀ। ਸਾਡੇ ਘਰ ਸੱਚੀ ਮੁੱਚੀ ਸੈਮੀਨਾਰ ਹਾਲ ਹੋਇਆ ਕਰਨੇ, ਸਾਡੇ ਘਰ ਸਕੋਲਰਾਂ ਦੇ ਘਰ ਹੋਣੇ ਸੀ। ਸਾਨੂੰ ਲੋਕਾਂ ਨੇ ਪੁੱਛਣਾ ਸੀ ਤੁਹਾਡੇ ਘਰ ਦੀ ਇੰਨੀ ਰੌਣਕ ਦਾ ਰੀਜ਼ਨ ਕੀ ਹੈ, ਇੰਨੇ ਖੁਸ਼ਹਾਲ ਕਿਵੇਂ ਰਹਿੰਦੇ ਹੋ, ਐਵੇਂ ਹੱਸਦੇ ਹੱਸਦੇ ਕਿਵੇਂ ਰਹਿੰਦੇ ਹੋ, ਕੋਈ ਮੁਸੀਬਤ ਤੁਹਾਨੂੰ ਦੁਖੀ ਕਿਉਂ ਨਹੀਂ ਕਰਦੀ? ਤੇ ਅਸੀਂ ਦੱਸਣਾ ਸੀ ਮਾਣ ਨਾਲ, ਇਸ ਕਰਕੇ ਸਾਨੂੰ ਕੋਈ ਮੁਸੀਬਤ ਦੁਖੀ ਨਹੀਂ ਕਰਦੀ ਕਿਉਂਕਿ ਅਸੀਂ ਹਰ ਸਾਲ ਸਰਹੰਦ ਤੇ ਚਮਕੌਰ ਦੀ ਗੜੀ ਦਾ ਇਤਿਹਾਸ ਪੜ੍ਹਦੇ ਹਾਂ। ਬਹੁਤ ਵੱਡੀਆਂ ਵੱਡੀਆਂ ਗੱਲਾਂ ਨੇ ਸਾਡੀ ਜ਼ਿੰਦਗੀ ਦੇ ਅੰਦਰ, ਪਰ ਹੁਣ ਉਹ ਗੱਲ ਇਹ ਹੈ ਵੀ ਅਸੀਂ ਸਮਝਣਾ ਨਹੀਂ ਚਾਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਕੀਜੀਏ ਆਗੇ ਹੋਏ, ਪਿੱਛੇ ਪੈਰ ਨਾ ਕਰਿਆ ਕਰੋ। ਤਾਂ ਤੁਸੀਂ ਵੇਖਿਆ ਬਹੁਤ ਬੰਦੇ ਪਿੱਛੇ ਪੈਰ ਕਰ, ਇੱਕ ਵਾਰ ਤੁਰ ਪੈਣਗੇ, ਫਿਰ ਜਦੋਂ ਐ ਦੀਨ ਦੁਨੀਆ ਜੀ ਵੇਖਣਗੇ ਵੀ ਇਹ ਤੇ ਬਹੁਤਾ ਔਖਾ ਕੰਮ ਹੈ, ਇਹ ਤਾਂ ਬੜੀ ਲੜਾਈ ਮੁੱਲ ਲੈਣ ਵਾਲਾ ਕੰਮ ਹੈ, ਤੇ ਹਰੇਕ ਨਾਲ ਝਗੜਾ ਲੈਣਾ ਪੈਣਾ, ਫਿਰ ਦੋ ਕਰਮਾਂ ਪਿੱਛੇ ਦੇ ਆ ਜਾਂਦੇ ਨੇ ਵੀ ਨਹੀਂ ਸਾਡੇ ਨਹੀਂ ਵੱਸ ਦੀ ਗੱਲ ਹੁਣ। ਤੇ ਜਿਨ੍ਹਾਂ ਨੂੰ ਤੁਸੀਂ ਅੱਜ ਯਾਦ ਕਰ ਰਹੇ ਹੋ ਨਾ, ਉਹਨਾਂ ਪੈਰ ਪਿੱਛੇ ਨਹੀਂ ਕੀਤਾ, ਬਾਅਦ 'ਚ ਉਹਨਾਂ ਨੇ ਬਸ ਪੈਰ ਪੁੱਟ ਲਿਆ ਤੇ ਬਾਣੀ ਦੇ ਬੋਲ ਆਪਣੀ ਜ਼ਿੰਦਗੀ 'ਚ ਵਸਾ ਲਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲਾਂ ਨੂੰ ਚੇਤੇ ਕਰ ਲਿਆ, ਔਰ ਚੇਤੇ ਕਰਦਿਆਂ ਕਰਦਿਆਂ ਫਿਰ ਅੱਗੇ ਤੁਰਦਿਆਂ ਇਸ ਰਾਹ ਤੇ ਕਦੀ ਤੱਤੀ ਤਵੀ ਆਈ, ਕਦੀ ਉਬਲਦੀ ਦੇਗ ਆਈ, ਕਦੀ ਸਰਹੰਦ ਦੀਆਂ ਨੀਹਾਂ ਆਈਆਂ, ਕਦੀ ਚਮਕੌਰ ਦੀ ਗੜੀ ਆਈ, ਕਦੀ ਮਾਛੀਵਾੜਾ ਆਇਆ, ਪਰ ਕਿਸੇ ਵੀ ਘਟਨਾ ਨੇ ਵੇਖੋ ਪੈਰ ਪਿੱਛੇ ਪਾਇਆ ਉਹਨਾਂ ਦਾ। ਹਮੇਸ਼ਾ ਅੱਗੇ ਦੀ ਅੱਗੇ ਤੁਰਦੇ ਗਏ, ਕਿ ਜੋ ਹੋਏਗਾ ਵੇਖੀ ਜਾਏਗੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਇਸ ਕਰਕੇ ਥੋੜੇ ਜਿਹੇ ਧਿਆਨ ਨਾਲ ਜਦੋਂ ਵੇਖਣ ਦਾ ਯਤਨ ਕਰੋਗੇ ਨਾ, ਪਹਿਲਾਂ ਤਾਂ ਇਹਨੂੰ ਸਮਝੀਏ ਧਿਆਨ ਨਾਲ, ਆਪਣੇ ਘਰਾਂ ਦੇ ਵਿੱਚ ਬਾਣੀ ਨੂੰ ਧਿਆਨ ਨਾਲ ਸਮਝਣ ਦਾ ਯਤਨ, ਇੱਕ ਇੱਕ ਸ਼ਬਦ ਮੈਂ ਕਹਿੰਦਾ, ਬਾਕੀ ਛੱਡੋ। ਤਿਸਕੋ ਹੋਤ ਪ੍ਰਾਪਤ ਸੁਆਮੀ, ਜੇ ਸਾਨੂੰ ਕੋਈ ਪੁੱਛ ਲਵੇ ਵੀ ਰੱਬ ਨੂੰ ਮਿਲਿਆਂ ਦੇ ਗੁਣ ਕੀ ਹੁੰਦੇ ਨੇ, ਤੇ ਕੀ ਦੱਸਾਂਗੇ ਅਸੀਂ? ਰੱਬ ਨੂੰ ਮਿਲੇ ਦਾ ਕੀ ਗੁਣ ਹੁੰਦਾ ਹੈ? ਕੱਪੜੇ ਥੋੜੀ ਵਿਖਾਵਾਂਗੇ ਵੀ ਜਿਹੜਾ ਬੰਦਾ ਰੱਬ ਨੂੰ ਮਿਲਦਾ ਉਹਦਾ ਚੋਲਾ ਬਹੁਤ ਲੰਬਾ ਹੁੰਦਾ ਹੈ। ਡੈਫੀਨੇਸ਼ਨਾਂ ਤੇ ਇਹੀ ਨੇ ਸਾਡੇ ਕੋਲ। ਜਿਹੜਾ ਰੱਬ ਨੂੰ ਮਿਲਿਆ ਹੁੰਦਾ ਉਹਦੇ ਕੱਪੜੇ ਖਾਸ ਤਰ੍ਹਾਂ ਦੇ ਹੁੰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਕੱਪੜੇ ਨਹੀਂ, ਉਹਦੇ ਸੁਭਾਅ ਦੀ, ਉਹਦੇ ਨੇਚਰ ਦੀ, ਉਹਦੀਆਂ ਆਦਤਾਂ ਦੀ, ਉਹਦੀ ਕੁਆਲਿਟੀ ਦੀ ਗੱਲ ਹੋਏਗੀ, ਜਿਹੜਾ ਰੱਬ ਨੂੰ ਮਿਲਿਆ ਹੋਇਆ। ਤੇ ਰੱਬ ਨੂੰ ਮਿਲੇ ਹੋਏ ਦੀ ਗੱਲ ਜਦੋਂ ਅਸੀਂ ਕਰਨ ਲੱਗਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜਾ ਨਿਹਕਾਮੀ ਹੋ ਜਾਂਦਾ ਹੈ ਉਹ ਸੁਆਮੀ ਦਾ ਹੋ ਜਾਂਦਾ ਹੈ, ਤੇ ਅਸੀਂ ਨਿਹਕਾਮ ਹੋਈਏ। ਫਿਰ ਤੇ ਦੂਜੀ ਬੇਨਤੀ ਹੋਰ ਹੈ, ਜਿਹੜਾ ਬੰਦਾ ਨਿਹਕਾਮ ਹੋ ਜਾਂਦਾ ਹੈ ਨਾ, ਆਸਾ ਤੋਂ ਰਹਿਤ ਹੋ ਜਾਂਦਾ ਹੈ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਕਦੇ ਵੀ, ਉਹਦਾ ਮੁੱਲ ਨਹੀਂ ਪੈ ਸਕਦਾ ਹੁੰਦਾ। ਮੁੱਲ ਉਹਦਾ ਪੈਂਦਾ ਜਿਹੜਾ ਆਸ ਰੱਖਦਾ ਹੋਵੇ। ਜਿਹਨੇ ਆਸ ਰੱਖੀ ਹੈ ਕੋਈ, ਮੰਨ ਲਓ 2 4 10 5 ਲੱਖ ਦੀ, 50 ਲੱਖ ਦੀ, ਜਿਹਨੇ 50 ਲੱਖ ਪੂਰਾ ਕਰਤਾ ਉਹਨੇ ਗੁਲਾਮ ਹੋ ਜਾਣਾ ਉਹਦਾ। ਜੇ ਕਿਸੇ ਰੁਤਬੇ ਦੀ ਕਿਸੇ ਨੇ ਆਸ ਰੱਖੀ ਹੈ, ਰੁਤਬਾ ਮਿਲ ਗਿਆ, ਉਹਨੇ ਗੁਲਾਮ ਹੋ ਜਾਣਾ। ਜੇ ਕਿਸੇ ਨੇ ਸ਼ੌਹਰਤ ਦੀ ਆਸ ਰੱਖੀ ਹੈ, ਸ਼ੌਹਰਤ ਮਿਲ ਗਈ, ਗੁਲਾਮ ਹੋ ਜਾਏਗਾ। ਤੇ ਜਿਹੜਾ ਹੈ ਹੀ ਨਿਹਕਾਮੀ, ਜਿਹਨੂੰ ਕੁਛ ਵੀ ਨਹੀਂ ਚਾਹੀਦਾ, ਉਹਨੂੰ ਕੋਈ ਬੰਦਾ ਗੁਲਾਮ ਨਹੀਂ ਬਣਾ ਸਕਦਾ। ਇਸੇ ਕਰਕੇ ਅਸੀਂ ਅਰਦਾਸ ਵਿੱਚ ਹਮੇਸ਼ਾ ਇਹਨਾਂ ਬੋਲਾਂ ਨੂੰ ਜਦੋਂ ਗੁਰੂ ਸਾਹਿਬ ਜੀ ਦੇ ਸਨਮੁਖ ਹੱਥ ਜੋੜ ਕੇ ਖਲੋਨੇ ਆ ਨਾ, ਤੁਸੀਂ ਵੇਖੋ ਅਸੀਂ ਸਾਰੇ ਹੀ ਬੜੇ ਅਦਬ ਨਾਲ, ਹੁਣੇ ਇੱਥੇ ਵੀ ਸਾਰਿਆਂ ਨੇ ਪੜ੍ਹਨਾ ਹੈ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ। ਹੁਣ ਵੇਖਿਓ ਧਿਆਨ ਨਾਲ, ਜੀਓ ਪਿੰਡ ਸਭ ਤੇਰੀ ਰਾਸ। ਸਿੱਖ ਨੇ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਇਹ ਗੱਲ ਮੰਨ ਲਈ ਵੀ ਮੇਰਾ ਜੀਓ ਭਾਵ ਕੇ ਅੰਦਰ ਚੱਲਦੇ ਸਵਾਸ, ਪਿੰਡ ਕਹਿੰਦੇ ਨੇ ਸਰੀਰ ਨੂੰ, ਤੇ ਨਾਲ ਇੱਕ ਸ਼ਬਦ ਇਹ ਵੀ ਵਰਤ ਲਿਆ, ਸਭ ਤੇਰੀ ਰਾਸ, ਮੇਰਾ ਜੋ ਕੁਝ ਹੈ ਤੇਰਾ ਹੈ। ਤੇ ਹੁਣ ਜਿਹਦੀ ਚੀਜ਼ ਹੋਵੇ ਉਹਦੇ ਹਿਸਾਬ ਨਾਲ ਵਰਤੀ ਦੀ ਹੈ ਨਾ, ਇਹ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਵੀ ਜਿਹਦੀ ਚੀਜ਼ ਹੋਵੇ ਉਹਦੇ ਹਿਸਾਬ ਨਾਲ ਹੀ ਵਰਤੀ ਦੀ ਹੈ।
ਕਿੰਨੇ ਕੁ ਸਿੱਖ ਨੇ ਜਿਹੜੇ ਇਹ ਕਹਿ ਕੇ ਵੀ ਜੀਓ ਪਿੰਡ ਸਭ ਤੇਰੀ ਰਾਸ ਫਿਰ ਉਹਦੇ ਹਿਸਾਬ ਨਾਲ ਵਰਤਦੇ ਨੇ ਮਰਜ਼ੀਆਂ, ਤੇ ਫਿਰ ਅਸੀਂ ਆਪਣੀਆਂ ਹੀ ਕਰਦੇ ਆ। ਅੱਖਾਂ ਨਾਲ ਉਹ ਵੇਖਦੇ ਆ ਜੋ ਵੇਖਣ ਤੋਂ ਬਾਪੂ ਮਨਾ ਕਰਦਾ ਹੈ, ਕੰਨਾਂ ਨਾਲ ਉਹ ਸੁਣਦੇ ਆ ਜੋ ਸੁਣਨ ਤੋਂ ਬਾਪੂ ਦੀ ਬਾਣੀ ਮਨਾ ਕਰਦੀ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਤਿੰਨ ਚੀਜ਼ਾਂ ਗੌਰ ਨਾਲ ਸਮਝ ਲਓ, ਧਿਆਨ ਦੇ ਕੇ। ਇਸ ਵਾਰ ਦੇ ਇਸ ਸ਼ਹੀਦੀ ਹਫ਼ਤੇ ਵਿੱਚੋਂ ਤਿੰਨ ਗੱਲਾਂ ਤੇ ਬੜੇ ਗੌਰ ਨਾਲ ਸੁਣਿਓ, ਧਿਆਨ ਨਾਲ। ਜਿਹੜੀ ਕੌਮ ਦੇ ਗਾਣੇ ਠੀਕ ਹੋਣਗੇ, ਗਾਣੇ ਮਤਲਬ ਗੀਤ ਠੀਕ ਹੋਣਗੇ, ਆ ਕਿਸਾਨੀ ਸੰਘਰਸ਼ ਹੈ ਨਾ, ਇਸ ਕਿਸਾਨੀ ਸੰਘਰਸ਼ ਵਿੱਚ ਜਿੱਥੇ ਸਾਰੀ ਦੁਨੀਆ ਦੇ ਲੋਕਾਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਨਾ, ਉੱਥੇ ਗਾਉਣ ਵਾਲਿਆਂ ਨੇ ਬਹੁਤ ਕਮਾਲ ਦਾ ਯੋਗਦਾਨ ਪਾਇਆ। ਇਹ ਸਿੰਗਰ ਤੇ ਉਹੋ ਹੀ ਨੇ ਨਾ ਜਿਨ੍ਹਾਂ ਨੂੰ 2-4 ਸਾਲ ਪਹਿਲਾਂ ਆਪਾਂ ਕਹਿੰਦੇ ਸੀ ਵੀ ਇਹਨਾਂ ਨੇ ਸਮਾਜ ਦਾ ਸਤਿਆਨਾਸ਼ ਕਰਤਾ। ਪਰ ਤੁਸੀਂ ਵੇਖੋ, ਜੇ ਬਦਲੇ ਨਾ ਇਹ, ਜੋ ਇਹਨਾਂ ਨੇ ਗਾਇਆ ਉਹ ਲੋਕਾਂ ਨੇ ਸੁਣਿਆ, ਤੇ ਜੋ ਲੋਕਾਂ ਨੇ ਸੁਣਿਆ ਉਹ ਕਰਕੇ ਵੀ ਵਿਖਾਇਆ। ਜਿਹੜੀ ਕੌਮ ਦੇ ਗੀਤ ਚੰਗੇ ਹੋਣਗੇ, ਗਾਣੇ ਚੰਗੇ ਹੋਣਗੇ, ਉਸ ਕੌਮ ਦੇ ਟਿਕਾਣੇ ਆਪੇ ਹੀ ਚੰਗੇ ਹੋਣੇ ਨੇ, ਕਿਉਂਕਿ ਚੰਗੇ ਗੀਤ ਚੰਗਿਆਂ ਟਿਕਾਣਿਆਂ ਤੇ ਲੈ ਕੇ ਜਾਂਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਆਣ ਕੇ ਸਭ ਤੋਂ ਪਹਿਲਾਂ ਲੋਕਾਂ ਦੇ ਗੀਤ ਬਦਲੇ। ਇੱਥੋਂ ਦੇ ਲੋਕਾਂ ਦੇ ਗੀਤ ਬੜੇ ਭੈੜੇ ਸਨ। ਕਈ ਵਾਰ ਤਾਂ ਸੰਗ ਵੀ ਆਉਂਦੀ ਆ ਉਹਨਾਂ ਗੱਲਾਂ ਨੂੰ, ਸ਼ਰਮ ਵੀ ਆਉਂਦੀ ਆ ਉਹਨਾਂ ਗੱਲਾਂ ਦਾ ਨਾਂ ਲੈਂਦੇ ਆ, ਜੇ ਮੈਂ ਉਹਨਾਂ ਗੀਤਾਂ ਦਾ ਜ਼ਿਕਰ ਛੇੜਾਂ ਵੀ ਕਿਹੜੇ ਗੀਤ ਲੋਕ ਸੁਣਦੇ ਸਨ। ਮੇਰੇ ਬਾਬੇ ਨੇ ਗੀਤ ਬਦਲੇ, ਤੇ ਗੀਤ ਬਦਲ ਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦੇ ਰੂਪ ਵਿੱਚ ਇਹ ਬਾਣੀ ਸਾਡੇ ਸਾਹਮਣੇ ਪਰੋਸ ਦਿੱਤੀ। ਤੇ ਜਿੱਥੇ ਭੈੜੇ ਗੀਤ ਕੰਨਾਂ ਦਾ ਸਰੋਤ ਬਣਦੇ ਸਨ, ਉੱਥੇ ਸਾਡੇ ਕੰਨਾਂ ਵਿੱਚ ਪੈਣ ਲੱਗ ਪਿਆ, ਉੱਥੇ ਸਾਡੇ ਕੰਨਾਂ ਦੀ ਸਰੋਤ ਬਣ ਗਈ। ਹੌਲੀ ਹੌਲੀ ਕੀ ਪੈਣ ਲੱਗ ਪਿਆ ਸਾਡੇ ਕੰਨਾਂ ਦੇ ਵਿੱਚ? ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹਾਲਾਂਕਿ ਬਹੁਤੇ ਸਿੱਖ ਸਾਡੇ ਇਹਦੇ ਤੇ ਵੀ ਉਲਝ ਜਾਂਦੇ ਨੇ ਵੀ ਸੋਚੇ ਦਾ ਅਰਥ ਸੋਚਣਾ ਆ, ਨਹੀਂ, ਸੋਚੇ ਦਾ ਅਰਥ ਸੁਚਮਤਾ। ਸੋਚ ਤੋਂ ਸ਼ਬਦ ਹੈ ਸੋਚ, ਸੁਚਮਤਾ। ਮਹਾਰਾਜ ਪਹਿਲੀ ਪੌੜੀ 'ਚ ਕਹਿੰਦੇ, ਜੇ ਤੇਰਾ ਮਨ ਨਹੀਂ ਨਾ ਬਦਲਿਆ ਤੇ ਬਾਹਰੋਂ ਸੁੱਚੇ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖਾਂ ਵਾਰ ਸੁਚਮਤਾ ਰੱਖੀ ਚੱਲ। ਫਿਰ ਦੂਜਾ, ਭਾਰਤ ਦੀ ਸਭਿਅਤਾ ਦੇ ਅੰਦਰ ਪਹਿਲਾ ਤਰੀਕਾ ਸੀ, ਲੋਕ ਪਾਣੀ ਨਾਲ ਸਰੀਰ ਨੂੰ ਧੋ ਕੇ ਕਹਿੰਦੇ ਸੀ ਸੁੱਚੇ ਹੋ ਗਏ ਅਸੀਂ। ਸਾਡੇ ਸਿੱਖਾਂ ਨੂੰ ਵੀ ਭਰਮ ਹੈਗਾ, ਕਈ ਵਾਰ ਨਾ ਪ੍ਰਸ਼ਾਦਾ ਛਕਣ ਲੱਗਿਆ ਕਹਿਣਗੇ ਹੱਥ, ਬੋਲੋ ਕੀ ਕਹਿੰਦੇ ਨੇ, ਹੱਥ। ਇਹ ਸੁੱਚੇ ਨਹੀਂ ਹੁੰਦੇ ਕਦੇ ਵੀ, ਇਹ ਸ਼ਬਦ ਸਾਡਾ ਹੈ ਹੀ ਨਹੀਂ ਹੈ। ਸਾਫ਼ ਹੁੰਦੇ ਨੇ ਹੱਥ, ਸੁੱਚੇ ਨਹੀਂ ਹੋ ਸਕਦੇ। ਮਹਾਰਾਜ ਦੀ ਬਾਣੀ 'ਚ ਲਿਖਿਆ, ਸੁੱਚੇ ਕਰੋਗੇ ਕਿਵੇਂ? दूध ਤਾਂ बछरे थनों बिटारियो, फूल भंवर जल मीन बिगारियो। ਕਿੱਥੋਂ ਲਿਆਓਗੇ ਪਾਣੀ ਸੁੱਚਾ? ਸੁੱਚਾ ਹੋ ਹੀ ਨਹੀਂ, ਸਾਫ਼ ਹੋ ਸਕਦਾ ਹੈ। ਹਾਂ, ਇਹ ਧਿਆਨ ਰੱਖਿਓ, ਸਾਫ਼ ਹੋਣਾ ਤੇ ਸੁੱਚੇ ਹੋਣਾ ਦੋਵਾਂ ਚੀਜ਼ਾਂ 'ਚ ਫਰਕ ਹੈ। ਸਾਡੀ ਬੋਲੀ ਨਹੀਂ ਹੈ ਸੁੱਚਾ ਹੋਣਾ, ਇਹ ਕਿਸੇ ਹੋਰ ਦੀ ਬੋਲੀ ਦਾ ਸ਼ਬਦ ਹੈ ਜਿਹੜਾ ਅਸੀਂ ਆਪਣੇ ਘਰ ਲੈ ਆਂਦੇ। ਸਾਡੀ ਤਾਂ ਪਹਿਲੀ ਪੌੜੀ ਕਹਿੰਦੀ ਹੈ ਸੁੱਚਾ ਹੋ ਹੀ ਨਹੀਂ ਸਕਦਾ ਬੰਦਾ, ਸਾਫ਼ ਹੋ ਸਕਦਾ। ਦੂਜਾ ਤਰੀਕਾ ਸੀ, ਭਾਰਤ ਦੀ ਧਰਤੀ ਦੇ ਅੰਦਰ ਲੋਕ ਚੁੱਪ ਰਹਿ ਲੈਂਦੇ ਸਨ। ਧਰਮੀ ਬੰਦੇ ਜਦੋਂ ਧਰਮ ਦੀ ਦੁਨੀਆ 'ਚ ਤੁਰਦੇ ਸੀ ਤੇ ਉਹ ਕਹਿੰਦੇ ਸੀ ਚੁੱਪ ਹੋ ਜਾਓ, ਬਸ ਮਸਤ ਹੋ ਜਾਓ। ਬਾਬੇ ਨੇ ਕਿਹਾ ਚੁੱਪ ਹੈ, ਇਹ ਗੱਲ ਬਣਨੀ ਨਹੀਂ ਮਿੱਤਰਾ। ਜਿਵੇਂ ਤੂੰ ਚੁੱਪ ਹੋਣ ਨੂੰ ਫਿਰਦਾ ਨਾ, ਐ ਚੁੱਪ ਹੋਣਾ ਤੇ ਨੁਕਸਾਨ ਹੈ ਸਮਾਜ ਦਾ। ਵਕਤ ਸਿਰ ਕਾਜੀ ਬੋਲਿਆ ਹੁੰਦਾ ਤੇ ਔਰੰਗਜ਼ੇਬ ਦਾ ਜ਼ੁਲਮ ਇਹਨਾਂ ਸਿਖਰਾਂ ਤੇ ਨਹੀਂ ਜਾਣਾ ਸੀ। ਧਿਆਨ ਨਾਲ ਸੁਣਿਓ ਗੱਲ, ਵਕਤ ਸਿਰ ਕਾਜੀ ਬੋਲਿਆ ਹੁੰਦਾ ਤੇ ਔਰੰਗਜ਼ੇਬ ਦਾ ਜ਼ੁਲਮ ਇਹਨੇ ਸਿਖਰਾਂ ਤੇ ਨਹੀਂ ਜਾਣਾ ਸੀ। ਪਰ ਕਾਜੀ ਬੋਲਦਾ ਉਹ ਸੀ ਜੋ ਔਰੰਗਜ਼ੇਬ ਚਾਹੁੰਦਾ ਸੀ। ਧਿਆਨ ਨਾਲ ਸਮਝਿਓ, ਕਾਜੀ ਉਹ ਬੋਲਦਾ ਸੀ ਜੋ ਔਰੰਗਜ਼ੇਬ ਚਾਹੁੰਦਾ ਸੀ। ਤੁਸੀਂ ਜੇ ਸ਼ਬਦ ਕਿਤੇ ਸੁਣਿਆ ਹੋਵੇ, ਇਤਿਹਾਸ ਪੜ੍ਹਦੇ ਆ, ਸ਼ਾਹੀ ਕਾਜੀ। ਸ਼ਾਹੀ ਕਾਜੀ ਦਾ ਮਤਲਬ ਕੀ ਹੁੰਦਾ ਹੈ? ਜਿਹੜਾ ਰਾਜ ਦਰਬਾਰ ਨਾਲ ਸੰਬੰਧ ਰੱਖਦਾ ਹੋਵੇ ਕਾਜੀ। ਇਹਦਾ ਮਤਲਬ ਹੈ ਰਾਜ ਦਰਬਾਰ ਨਾਲ ਸੰਬੰਧਿਤ ਕਾਜੀ ਹੁੰਦੇ ਸਨ। ਤੇ ਜਦੋਂ ਕਿਸੇ ਧਰਮ ਦੇ ਮਸਲੇ ਨੂੰ ਰਾਜ ਦਰਬਾਰ ਵਿੱਚ ਵਾਚਿਆ ਜਾਣਾ ਸੀ ਤੇ ਉਸ ਵੇਲੇ ਉਹ ਸ਼ਾਹੀ ਕਾਜੀ ਦੀ ਡਿਊਟੀ ਲੱਗਦੀ ਸੀ, ਜਿਹੜਾ ਸ਼ਾਹੀ ਕਾਜੀ ਬਕਾਇਦਾ ਨਿਰਧਾਰਿਤ ਹੀ ਇਸ ਕੰਮ ਲਈ ਕੀਤਾ ਗਿਆ। ਤੇ ਉਹ ਸ਼ਾਹੀ ਕਾਜੀ ਹੈ ਨਾ ਜਿਹੜਾ, ਉਹ ਵਕਤ ਦੇ ਬਾਦਸ਼ਾਹ ਲਈ ਇੱਕ ਸ਼ਬਦ ਵਰਤਦਾ ਹੁੰਦਾ ਸੀ, ਜਿੱਲੇ ਇਲਾਹੀ। ਜਿੱਲੇ ਇਲਾਹੀ ਦਾ ਅਰਥ ਹੁੰਦਾ ਹੈ ਰੱਬ ਦਾ ਪਰਛਾਵਾਂ ਧਰਤੀ ਤੇ। ਹੁਣ ਤੁਸੀਂ ਵੇਖੋ,
ਇੱਕ ਰੱਬ ਦਾ ਬੰਦਾ ਕਾਜ਼ੀ ਹੈ ਧਰਤੀ ਤੇ, ਜਿਹੜਾ ਬਾਦਸ਼ਾਹ ਲਈ ਸ਼ਬਦ ਵਰਤਦਾ ਹੈ ਜਿੱਲੇ ਇਲਾਹੀ। ਤੇ ਇੱਕ ਰੱਬ ਦਾ ਵਣਜਾਰਾ ਇਸ ਧਰਤੀ ਤੇ ਬਾਬਾ ਨਾਨਕ ਹੈ, ਜਿਹੜਾ ਰਾਜੇ ਲਈ ਸ਼ਬਦ ਵਰਤਦਾ ਹੈ ਰਾਜੇ ਸ਼ੀ ਮੁਕੱਦਮ। ਕਿਹਦੀ ਬਣੂ ਹੁਣ ਰਾਜੇ ਨਾਲ? ਫੈਸਲਾ ਕਰਕੇ ਵੇਖੋ। ਰਾਜਾ ਜਿਉਂ ਆਇਆ ਕਿਹਨੂੰ ਕਹੂਗਾ? ਆਓ ਭਗਤ ਕਿਹਦੀ ਕਰੇਗਾ ਰਾਜਾ? ਹੁਣ ਜਿਹੜਾ ਮੁਕੱਦਮ ਕੁੱਤੇ ਕਹਿ ਰਿਹਾ ਉਹਦੀ ਕਿਤੇ ਆਓ ਭਗਤ ਹੋਏਗੀ ਭਲਾ? ਤੇ ਜਿਹੜਾ ਕਹਿ ਰਿਹਾ ਜਿੱਲੇ ਇਲਾਹੀ, ਉਹਦੇ ਤਾਂ ਸੁਭਾਵਕ ਗੱਲ ਹੈ। ਤੇ ਜਿਹੜੇ ਜਿੱਲੇ ਇਲਾਹੀ ਕਹਿਣ ਵਾਲੇ ਸਨ, ਦੂਜੇ ਬੰਨੇ ਰਾਜ ਦਰਬਾਰ ਵਿੱਚ ਸ਼ਾਹੀ ਪੰਡਤ ਵੀ ਹੋਇਆ ਕਰਦੇ ਸਨ, ਜਿਹਦੇ ਚ ਸੁੱਚਾਨੰਦ ਵਰਗੇ ਬੰਦੇ ਸਾਹਿਬਜ਼ਾਦਿਆਂ ਦੀ ਐਨ ਸ਼ਹਾਦਤ ਦੇ ਵੇਲੇ ਮਲੇਰਕੋਟਲੇ ਦੇ ਕਹਿਣ ਤੇ ਰਾਏ ਬਦਲ ਚੱਲੀ ਸੀ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਨ ਦੀ, ਪਰ ਸੁੱਚਾਨੰਦ ਨੇ ਕਿਹਾ ਤੁਸੀਂ ਗਲਤੀ ਕਰ ਲੈਣ ਲੱਗੇ। ਜਦੋਂ ਮਲੇਰਕੋਟਲੇ ਵਾਲੇ ਨੇ ਕਿਹਾ ਵੀ ਜੇ ਬੱਚੇ ਤਾਂ ਬੱਚੇ ਹੀ ਹੁੰਦੇ ਨੇ, ਬੱਚਿਆਂ ਤੇ ਜ਼ੁਲਮ ਨਹੀਂ ਕੀਤਾ ਜਾ ਸਕਦਾ, ਰਾਏ ਬਦਲ ਗਈ ਸੀ ਵੀ ਠੀਕ ਹੈ ਇਹਨੂੰ ਫਿਰ ਸੋਚਿਆ ਜਾ ਸਕਦਾ। ਪਰ ਸੁੱਚਾਨੰਦ ਨੇ ਕਿਹਾ ਸੱਪ ਦੇ ਬੱਚੇ ਭਾਵੇਂ ਅੱਜ ਸਪੋਲੀਏ ਨੇ, ਪਰ ਕੱਲ ਨੂੰ ਇਹ ਵੱਡੇ ਹੋ ਕੇ ਜ਼ਹਿਰੀਲੇ ਨਾਗ ਬਣਨ, ਇਹਦੇ ਤੋਂ ਪਹਿਲਾਂ ਜੰਮਦਿਆਂ ਸੱਪ ਦੇ ਬੱਚਿਆਂ ਦੀਆਂ ਸਪੋਲੀਆਂ ਦੀਆਂ ਫਿਰਨਾਂ ਫੇਹ ਦੇਣੀਆਂ ਚਾਹੀਦੀਆਂ ਨੇ। ਇਹ ਸਾਹਿਬਜ਼ਾਦਿਆਂ ਲਈ ਸ਼ਬਦ ਵਜ਼ੀਰ ਖਾਂ ਦੇ ਦਰਬਾਰ ਵਿੱਚ ਸੁੱਚਾਨੰਦ ਨੇ ਵਰਤਿਆ ਸੀ, ਜਿਹਨੂੰ ਸਾਡੇ ਇਤਿਹਾਸ ਦੇ ਵਿੱਚ ਤਵਾਰੀਖ ਦੇ ਅੰਦਰ ਜਦੋਂ ਲਿਖਿਆ ਤੇ ਉਹਦੇ ਬਾਰੇ ਲਿਖਿਆ 7 ਵਾਰ ਮੂੰਹ ਫਿਟਕਾਰ ਤਿਸ ਨਾਉ ਝੂਠੇ ਦਾ ਲਈਏ। ਇਤਿਹਾਸ ਦੇ ਵਿੱਚ 2 ਬੜੀਆਂ ਸਵਾਦਲੀਆਂ ਗੱਲਾਂ ਨੇ, ਤੁਹਾਨੂੰ ਯਾਦ ਹੋਣਾ ਇਤਿਹਾਸ ਪੜ੍ਹਨ ਵਾਲਿਆਂ ਨੂੰ। ਇੱਕ ਇਤਿਹਾਸ ਵਿੱਚ ਨਾਮ ਆਉਂਦਾ ਕੌੜਾ ਮੱਲ, ਜਿਹਨੂੰ ਸਿੱਖਾਂ ਨੇ ਕਦੀ ਕੌੜਾ ਮੱਲ ਨਹੀਂ ਕਿਹਾ, ਮਿੱਠਾ ਮੱਲ ਕਹਿੰਦੇ ਸਨ ਉਹਨੂੰ ਹਮੇਸ਼ਾ। ਭਾਵੇਂ ਉਹ ਦਰਬਾਰ ਵਿੱਚ ਸ਼ਾਹੀ ਦਰਬਾਰੀ ਬਣ ਕੇ ਰਹਿੰਦਾ ਸੀ ਉਹ, ਪਰ ਉਹ ਮਦਦ ਹਮੇਸ਼ਾ ਸਿੱਖਾਂ ਦੀ ਕਰਦਾ। ਤਾਰੂ ਸਿੰਘ ਜੀ ਦੇ ਵੇਲੇ ਉਸ ਬੰਦੇ ਨੇ ਜਿੱਡਾ ਪਿਆਰਾ ਰੋਲ ਨਿਭਾਇਆ, ਸ਼ੁਬੇਗ ਸਿੰਘ ਸ਼ਹਿਬਾਜ਼ ਸਿੰਘ ਦੇ ਵੇਲੇ ਜਿਹੜਾ ਰੋਲ ਉਸ ਵਿਅਕਤੀ ਨੇ ਨਿਭਾਇਆ ਉਹ ਬਾ ਕਮਾਲ ਹੈ। ਵਕਤ ਨਹੀਂ, ਉਧਰ ਮੈਂ ਨਹੀਂ ਜਾਣਾ। ਹੁਣ ਮੈਂ ਬੇਨਤੀ ਸਿਰਫ ਇੰਨੀ ਕਰਨ ਲੱਗਾ ਸੀ ਤੁਹਾਡੇ ਚਰਨਾਂ ਦੇ ਵਿੱਚ ਵੀ ਇੱਕ ਬੰਨੇ ਉਹ ਬੰਦੇ ਨੇ ਜਿਹੜੇ ਇਹ ਕਹਿ ਰਹੇ ਨੇ ਵੀ ਇਹ ਜਿੱਲੇ ਇਲਾਹੀ ਹੈ, ਤੇ ਇੱਕ ਬੰਨੇ ਉਹ ਨੇ ਜਿਹੜੇ ਇਹ ਕਹਿ ਰਹੇ ਨੇ ਵੀ ਇਹ ਬੰਦੇ ਰਾਜੇ ਸ਼ੀ ਮੁਕੱਦਮ ਕੁੱਤੇ ਨੇ। ਤੇ ਜਦੋਂ ਕੋਈ ਮੁਕੱਦਮ ਕੁੱਤੇ ਕਹਿਣ ਵਾਲਾ ਰਾਜਿਆਂ ਨੂੰ ਹੋਵੇ ਨਾ, ਤੇ ਫਿਰ ਘੱਟੋ ਘੱਟ ਬਹੁਤਾ ਨਹੀਂ ਤੇ ਥੋੜਾ ਬਹੁਤਾ ਡਰ ਤੇ ਸ਼ਾਹ ਬੰਦੇ ਜਿਹੜੇ ਰਾਜੇ ਨੇ ਰੱਖਦੇ ਹੀ ਨੇ ਨਾ, ਵੀ ਕੋਈ ਨਾ ਕੋਈ ਤੇ ਹੈਗਾ ਕੁੱਤੇ ਕਹਿਣ ਵਾਲਾ। ਤੇ ਜੇ ਸਾਰੇ ਹੀ ਕਹਿਣ ਲੱਗ ਪੈਣ ਵੀ ਨਹੀਂ ਇਹ ਤਾਂ ਗੱਲ ਹੀ ਬੜੀ ਕਮਾਲ ਦੀ ਹੈ, ਫਿਰ ਅਗਲਾ ਕਹਿੰਦਾ ਜਦੋਂ ਸੁਣਦਾ ਹੀ ਕੋਈ ਨਹੀਂ, ਤੁਹਾਡੀ ਪਰਵਾਹ ਹੀ ਨਹੀਂ ਕਰਦਾ। ਜਿੰਨਾ ਲਤਾੜਿਆ ਜਾ ਸਕਦਾ ਲਤਾੜੋ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਔਰ ਬਾਬੇ ਨਾਨਕ ਨੇ ਪਹਿਲਾ ਕਾਰਜ, ਉਹ ਇਹਨਾਂ ਦੇ ਇਹ ਜਿਹੜੇ ਇਹਨਾਂ ਦੇ ਸਰੋਤ ਸਨ, ਇਹ ਜਿਨ੍ਹਾਂ ਨੂੰ ਸੁਣਦੇ ਸਨ, ਉਹ ਕਹਿੰਦੇ ਸਨ ਕੋਈ ਨਿਰਪ ਹੋਏ ਹਮੇ ਕਿਆ ਹਾਨੀ। ਰਾਜਾ ਜਿੱਦਾਂ ਦਾ ਮਰਜ਼ੀ ਹੋਵੇ, ਸਾਨੂੰ ਕੀ ਫਰਕ ਪੈਂਦਾ, ਸਾਨੂੰ ਤੇ ਆਪਣੀ ਤਨਖਾਹ ਮੌਕੇ ਤੇ ਮਿਲ ਜਾਂਦੀ ਹੈ, ਅਸੀਂ ਕੀ ਲੈਣਾ, ਅਸੀਂ ਤਾਂ ਰੋਟੀਆਂ ਵਾਲੇ ਬੰਦੇ ਆ। ਬਾਬੇ ਨਾਨਕ ਨੇ ਕਿਹਾ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ, ਜਿਹੜਾ ਨਿਹਕਾਮੀ ਹੋਏਗਾ ਰੱਬ ਉਹਨੂੰ ਮਿਲੇਗਾ। ਇਸ ਕਰਕੇ ਬਾਬੇ ਨਾਨਕ ਦੇ ਘਰ ਗੱਲ ਚੱਲੀ, ਤੇ ਗੱਲ ਇਹ ਚੱਲੀ ਵੀ ਜੇ ਤੁਸੀਂ ਦੁਨੀਆ ਨੂੰ ਬਦਲਣਾ ਹੈ ਤੇ ਇਹਨਾਂ ਦੇ ਗੀਤ ਬਦਲੇ ਜਾਣ, ਇਹਨਾਂ ਦੇ ਗਾਣੇ ਬਦਲੇ ਜਾਣ। ਜਿਨ੍ਹਾਂ ਦੇ ਗਾਣੇ ਬਦਲ ਗਏ ਉਹਨਾਂ ਦੇ ਟਿਕਾਣੇ ਬਦਲ ਜਾਣਗੇ, ਤੇ ਜਿਨ੍ਹਾਂ ਦੇ ਟਿਕਾਣੇ ਬਦਲ ਜਾਣਗੇ ਉਹਨਾਂ ਦੇ ਬਾਣੇ ਆਪੇ ਬਦਲ ਜਾਣੇ, ਕਿਉਂਕਿ ਤੁਸੀਂ ਟਿਕਾਣੇ ਦੇ ਹਿਸਾਬ ਨਾਲ ਤਿਆਰ ਹੁੰਦੇ ਆ। ਕਦੀ ਵੇਖਿਓ ਬੰਦਾ ਗੁਰਦੁਆਰੇ ਜਾਣ ਲੱਗਾ ਹੋਰ ਤਰ੍ਹਾਂ ਤਿਆਰ ਹੁੰਦਾ, ਤੇ ਕਿਸੇ ਹੋਰ ਥਾਂ ਜਾਣਾ ਹੋਵੇ ਤੇ ਹੋਰ ਤਰ੍ਹਾਂ ਤਿਆਰ ਹੁੰਦਾ। ਸਾਡੇ ਲਿਬਾਸ ਤੇ ਸਾਡੇ ਦਿਮਾਗ ਨਾਲੋਂ ਵੱਧ ਟਿਕਾਣੇ ਦਾ ਪ੍ਰਭਾਵ ਹੁੰਦਾ। ਤੁਸੀਂ ਜਿਹੜੇ ਟਿਕਾਣੇ ਤੇ ਜਾਓਗੇ ਉਦਾਂ ਦੀ ਤਿਆਰੀ ਕਰੋਗੇ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਕਿਹਾ ਨਾ ਵੀ ਰੱਬ ਦਾ ਕੋਈ ਖਾਸ ਥਾਂ ਨਹੀਂ ਹੈ, ਤੇ ਕੋਈ ਇਹੋ ਜਿਹਾ ਥਾਂ ਨਹੀਂ ਹੈ ਜਿੱਥੇ ਰੱਬ ਨਹੀਂ ਹੈ। ਕਿਉਂਕਿ ਜੇ ਰੱਬ ਦਾ ਖਾਸ ਥਾਂ ਹੋਏਗਾ ਤੇ ਤੁਸੀਂ ਰੱਬ ਨੂੰ ਕਿਤੇ ਕਿਤੇ ਪ੍ਰਵਾਨ ਕਰਨਾ ਹੈ, ਤੇ ਜੇ ਰੱਬ ਨੂੰ ਕਿਸੇ ਖਾਸ ਥਾਂ ਨਾਲ ਬੰਨ੍ਹ ਦਿਓਗੇ ਤੇ ਰੱਬ ਦੀ ਜਿਹੜੀ ਹੋਂਦ ਹੈ ਜਾਂ ਰੱਬ ਦਾ ਜਿਹੜਾ ਡਰ ਹੈ ਉਹ ਵੀ ਕਿਸੇ ਖਾਸ ਥਾਂ ਨਾਲ ਹੀ ਜੁੜ ਜਾਣਾ, ਤੇ ਉਹਨਾਂ ਦੇ ਬਾਣੇ ਬਦਲ ਜਾਂਦੇ ਨੇ। ਕਿਉਂਕਿ ਬਾਣਿਆਂ ਦਾ ਸੰਬੰਧ ਟਿਕਾਣਿਆਂ ਨਾਲ ਹੁੰਦਾ, ਤੇ ਜਿਨ੍ਹਾਂ ਦੇ ਬਾਣੇ ਗਾਣੇ ਤੇ ਟਿਕਾਣੇ ਬਦਲ ਜਾਣ, ਉਹਨਾਂ ਦੇ ਨਿਆਣਿਆਂ ਨੂੰ ਬਦਲਣ ਤੇ ਬਹੁਤਾ ਜ਼ੋਰ ਦੇਣ ਦੀ ਲੋੜ ਨਹੀਂ। ਉਹਨਾਂ ਦੇ ਨਿਆਣੇ ਫਿਰ
ਗੱਜ ਕੇ ਬੋਲੋ, ਆਪੇ ਹੀ ਬਦਲ ਜਾਂਦੇ। ਗਾਣੇ ਨਿਆਣਿਆਂ ਤੇ ਨਹੀਂ ਬਹੁਤੀ ਮਿਹਨਤ ਕਰਨੀ ਪੈਂਦੀ। ਇਤਿਹਾਸ ਵਿੱਚ ਇੱਕ ਘਟਨਾ ਤੁਹਾਡੇ ਫਤਿਹ ਸਿੰਘ ਨੇ ਅਸਰ ਕੀ ਪਾਇਆ ਦੁਨੀਆ ਤੇ। 7 ਸਾਲ ਦੀ ਉਮਰ ਸੀ, 6.5 ਸਾਲ ਪੌਣੇ 7 ਸਾਲ ਦੀ ਦਲੀਪ ਸਿੰਘ ਜਿੱਦਣ ਉਹਨੂੰ ਰਾਜਗੱਦੀ ਦਾ ਤਿਲਕ ਦਿੱਤਾ, ਉਹਨੂੰ ਪਤਾ ਵੀ ਨਹੀਂ ਸੀ ਮੈਂ ਰਾਜਾ ਬਣਿਆ। 31 ਦਸੰਬਰ 1849 ਦੀ ਅਖੀਰਲੀ ਰਾਤ ਦਲੀਪ ਸਿੰਘ ਨੇ ਪੰਜਾਬ ਦੀ ਧਰਤੀ ਤੇ ਕੱਟੀ। ਉਹਦੇ ਤੋਂ ਬਾਅਦ ਦਲੀਪ ਸਿੰਘ ਪੰਜਾਬ ਨਹੀਂ ਆਇਆ। 31 ਦਸੰਬਰ 1849 ਰਾਏਕੋਟ ਦੇ ਲਾਗੇ ਬਸੀਆਂ ਪਿੰਡ ਹੈ ਜਿੱਥੇ ਉਹਨੇ ਅਖੀਰਲੀ ਰਾਤ ਕੱਟੀ ਹੈ ਅੰਗਰੇਜ਼ ਹਕੂਮਤ ਦੀ ਕੈਦ ਵਿੱਚ। ਹੁਣ ਧਿਆਨ ਨਾਲ ਸਮਝਿਓ, ਉਹਨੂੰ ਪੰਜਾਬ ਤੋਂ ਬਾਹਰ ਕਿਉਂ ਲੈ ਕੇ ਗਏ ਗੋਰੇ ਫਟਾਫਟ? ਕਿਉਂਕਿ ਛੋਟਾ ਬੱਚਾ ਸੀ, ਗੱਦੀ ਤੇ ਬਿਠਾ ਹੀ ਲਿਆ ਸੀ, ਚੱਲਦੀ ਤੇ ਡੋਗਰਿਆਂ ਦੀ ਸੀ, ਜੋ ਚਾਹੁੰਦੇ ਉਹਦੇ ਤੋਂ ਕਰਾ ਲੈਂਦੇ। ਪਰ ਇਹ ਗੱਲ ਸਾਡੇ ਨਾਲੋਂ ਵੱਧ ਅੰਗਰੇਜ਼ ਜਾਣਦੇ ਸਨ ਵੀ ਪੰਜਾਬ ਦੀ ਧਰਤੀ ਤੇ ਦਲੀਪ ਸਿੰਘ ਜੇ ਰਿਹਾ, ਉਮਰ ਭਾਵੇਂ ਇਹਦੀ ਨਿਆਣੀ ਹੈ, ਇਹਦੇ ਆਲੇ ਦੁਆਲੇ ਜਿੰਨਾ ਮਰਜ਼ੀ ਸਖਤ ਪਹਿਰਾ ਲਾ ਲਿਓ, ਇਹਦੇ ਵਿੱਚੋਂ, ਇਹਦੇ ਕਿਰਦਾਰ ਵਿੱਚੋਂ ਗੁਰੂ ਨਾਨਕ ਦੇ ਕਿਰਦਾਰ ਦੀ ਝਲਕ ਇੱਕ ਦਿਨ ਪੈਣੀ ਹੋਈ ਪੈਣੀ ਹੈ। ਹੁਣ ਤੁਸੀਂ ਵੇਖੋ, ਧਿਆਨ ਨਾਲ ਵੇਖਿਓ, ਰਾਜ ਭਾਗ ਤਬਾਹ ਕਰਨ ਵਾਸਤੇ ਡੋਗਰਿਆਂ ਨੇ ਕੀ ਨਹੀਂ ਕੀਤਾ। ਸਾਰਾ ਕੁਝ ਵਾਪਰਿਆ, ਬੜਾ ਕੁਝ ਹੋਇਆ, ਪਰ ਇੱਕ ਬੰਦਾ 7 ਸਾਲ 6.5 ਸਾਲ ਦਾ ਬੱਚਾ ਆਪਣੇ ਅਧੀਨ ਕਰ ਲਿਆ। ਦੁਸ਼ਮਣ ਹੈ ਸਾਡਾ, ਪਰ ਭਰੋਸਾ ਵੇਖੋ ਕਿੱਡਾ ਵੱਡਾ ਹੈ ਉਹਨਾਂ ਨੂੰ ਵੀ ਜੇ ਇਹ ਪੰਜਾਬ ਵਿੱਚ ਰਿਹਾ ਤੇ ਗੁਰੂ ਨਾਨਕ ਦਾ ਹੀ ਰਹੇਗਾ, ਜੋ ਮਰਜ਼ੀ ਹੋ ਜਾਏ, ਇਹਦੇ ਤੇ ਕਿਸੇ ਦਾ ਪ੍ਰਭਾਵ ਨਹੀਂ ਪੈਣ ਵਾਲਾ। ਦੁਸ਼ਮਣ ਦੇ ਇਰਾਦੇ ਵੇਖੋ ਕਿੱਦਾਂ ਦੇ ਨੇ। ਤੇ ਦੂਜੇ ਬੰਨੇ ਸਿੱਖ ਮਾਂ ਦੇ ਗਰਭ ਵਿੱਚੋਂ ਬੱਚਾ ਜਨਮ ਲੈਂਦਾ ਹੈ, ਸਿੱਖ ਬਾਪ ਦੀਆਂ ਗੋਦ ਵਿੱਚ ਬਹਿ ਕੇ ਉਹ ਲੋਰੀਆਂ ਸੁਣਦਾ ਹੈ, ਸਿੱਖ ਘਰਾਣਿਆਂ ਵਿੱਚ ਉਹ ਜਾਂਦਾ ਆਉਂਦਾ ਹੈ, ਪਰ ਸਿੱਖ ਮਾਂ ਬਾਪ ਹੀ ਕਹੀ ਜਾਂਦੇ ਨੇ ਵੀ ਸਾਨੂੰ ਆਪਣੇ ਬੱਚੇ ਤੇ ਹੁਣ ਬਹੁਤਾ ਭਰੋਸਾ। ਇਹਦਾ ਮਤਲਬ ਹੈ ਕਿੱਥੇ ਆ ਗਈ ਹੈ ਕਹਾਣੀ, ਇਹ ਜ਼ਰੂਰ ਸੋਚਿਓ ਧਿਆਨ ਨਾਲ। ਮਹਾਰਾਣੀ ਜਿੰਦ ਕੌਰ ਪਹਿਲੀ ਦੁਨੀਆ ਦੀ ਰਾਣੀ ਹੈ ਜਿਹਨੇ ਆਪਣਾ ਰਾਜ ਭਾਗ ਜੀਵਤ ਰੱਖਣ ਵਾਸਤੇ ਮੂੰਹ ਤੇ ਕਾਲਖ ਮਲੀ ਹੈ। ਧਿਆਨ ਨਾਲ ਸੁਣਿਓ, ਲੰਬਾ ਚੌੜਾ ਇਤਿਹਾਸ ਹੈ, ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ, ਮੈਂ ਸਿਰਫ ਕੁਝ ਘਟਨਾਵਾਂ ਤੁਹਾਡੇ ਸਾਹਮਣੇ ਸਾਹਿਬਜ਼ਾਦੇ ਆ, ਕਿਉਂਕਿ ਮੈਂ ਸਮਝਦਾ ਉਹ ਗੱਲ ਇੱਕ ਵਾਰ ਸਾਡੇ ਕਲਿੱਕ ਕਰੇ ਕਿਤੇ ਗੱਲ, ਅਸੀਂ ਉਸ ਲੜੀ ਤੱਕ ਪਹੁੰਚੀਏ। ਦੁਨੀਆ ਦੇ ਅੰਦਰ ਇੱਕੋ ਹੀ ਇੱਕ ਮਹਾਰਾਣੀ ਜਿੰਦ ਕੌਰ ਹੈ। ਇਤਿਹਾਸ ਲਿਖਣ ਵਾਲਿਆਂ ਨੇ ਮਹਾਰਾਣੀ ਜਿੰਦ ਕੌਰ, ਬਹੁਤ ਸਾਰੇ ਤੁਹਾਡੇ ਚ ਬਾਣੀ ਦੀ ਵਿਆਖਿਆ ਕਰਨ ਵਾਲੇ ਵੀਰ ਜੀ ਹੋਣੀ, ਸਰਦਾਰ ਕਿਰਪਾਲ ਸਿੰਘ ਇਤਿਹਾਸ ਨਾਲ ਨੇੜਿਓਂ ਸੰਬੰਧ ਰੱਖਦੇ ਨੇ, ਬੈਠੇ ਨੇ, ਬੜਿਆਂ ਨੇ ਮਹਾਰਾਣੀ ਜਿੰਦ ਕੌਰ ਨੂੰ ਇਤਿਹਾਸ ਦੇ ਵਿੱਚ ਡੋਗਰਿਆਂ ਦੀ ਧਿਰ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹ ਡੋਗਰਿਆਂ ਦੀ ਧਿਰ ਵਿੱਚ ਸੀ, ਪਰ ਐਸਾ ਨਹੀਂ ਹੈ। ਦੁਨੀਆ ਦੇ ਅੰਦਰ ਕੋਈ ਵੀ ਰਾਜਾ ਤੇ ਕੋਈ ਰਾਣੀ ਆਪਣੇ ਮੂੰਹ ਤੇ ਕਾਲਖ ਨਹੀਂ ਮਲਾਈ ਹੋਣੀ ਉਹਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਬਦਲੇ। ਮੈਂ ਪਿਛਲੇ ਦਿਨ ਹੀ ਕਿਹਾ ਸੀ, ਜਿਨ੍ਹਾਂ ਨੇ ਸਰਬੰਸ ਵਾਰਿਆ, ਜਿਨ੍ਹਾਂ ਦੀਆਂ ਰਾਣੀਆਂ ਨੇ ਆਪਣੇ ਮੂੰਹ ਤੇ ਕਾਲਖਾਂ ਮਲੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਉਹਨਾਂ ਦੇ ਧੀਆਂ ਪੁੱਤਾਂ ਤੋਂ ਦੇਸ਼ ਭਗਤੀ ਦੇ ਸਰਟੀਫਿਕੇਟ ਮੰਗਦੇ ਹੋ ਤੁਸੀਂ। ਅਜੇ ਵੀ ਸਾਨੂੰ ਸਰਟੀਫਿਕੇਟ ਦੇਣ ਦੀ ਲੋੜ ਹੈ ਵੀ ਅਸੀਂ ਦੇਸ਼ ਭਗਤ ਆ, ਅਸੀਂ ਪਿਆਰ ਕਰਦੇ ਹਾਂ ਇਸ ਮੁਲਕ ਨਾਲ। ਰਾਣੀ ਜਿੰਦ ਕੌਰ ਦੀ ਗੋਲੀ ਗੋਮਤਾ ਸੀ, ਗੋਲੀ ਉਹਦਾ ਰੰਗ ਸੀ ਕਾਲਾ, ਤੇ ਜਦੋਂ ਉਹਨੂੰ ਗ੍ਰਿਫਤ ਵਿੱਚ ਲੈ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ ਰਾਮਨਗਰ ਦੇ ਇਲਾਕੇ ਵਿੱਚ, ਜਿਹੜਾ ਯੂਪੀ ਵਿੱਚ ਪੈਂਦਾ ਸੀ ਉਦੋਂ, ਹੁਣ ਉੱਤਰਾਖੰਡ ਵਿੱਚ ਪੈਂਦਾ ਹੈ। ਗੋਲੀ ਗੋਮਤਾ ਦੇ ਨਾਲ ਸ਼ਕਲ ਮਿਲਾਉਣ ਵਾਸਤੇ ਮਹਾਰਾਣੀ ਜਿੰਦ ਕੌਰ ਨੇ ਆਪਣੇ ਮੂੰਹ ਤੇ ਕਾਲਖ ਮਲੀ। ਦੁਨੀਆ ਦਾ ਇਤਿਹਾਸ ਫਰੋਲ ਕੇ ਵੇਖ ਲਿਓ, ਜੇ ਅੱਜ ਤੱਕ ਕਿਸੇ ਨੇ ਕਾਲਖ ਮਲੀ ਹੈ ਤੇ ਕਿਸੇ ਦੂਜੇ ਨੇ ਮਲੀ ਹੋਏਗੀ ਉਹਦੇ ਚਿਹਰੇ ਤੇ ਜੇ ਆਪਣੇ ਚਿਹਰੇ ਤੇ ਆਪ ਕਾਲਖ ਕਿਸੇ ਨੇ ਮਲੀ ਹੈ ਤੇ ਉਹ ਮਹਾਰਾਣੀ ਜਿੰਦ ਕੌਰ ਨੇ ਮਲੀ ਹੈ। ਇਸ ਕਰਕੇ ਮਲੀ ਹੈ ਵੀ ਅਸੀਂ ਗੁਲਾਮ ਨਾ ਹੋ ਜਾਈਏ ਕਿਤੇ। ਉਸ ਮਾਤਾ ਦੇ ਕੁੱਖੋਂ ਜਨਮ ਲਿਆ ਸੀ ਦਲੀਪ ਸਿੰਘ ਨੇ, ਪੰਜਾਬ ਤੋਂ ਬਾਹਰ ਲੈ ਕੇ ਬੱਚੇ ਨੂੰ। ਪੰਜਾਬ ਤੋਂ ਬਾਹਰ ਵੀ ਉਹਨਾਂ ਨੂੰ ਲੱਗਿਆ ਵੀ ਨਹੀਂ, ਭਾਰਤ ਦੇ ਕਿਸ ਵੀ ਕੋਨੇ 'ਚ ਲੈ ਜਾਓ, ਪੰਜਾਬ ਦੀਆਂ ਫਿਜ਼ਾਵਾਂ ਦਾ ਇਹਦੇ ਅੰਦਰ ਅਸਰ ਰਹਿਣਾ ਹੀ ਰਹਿਣਾ ਆ। ਧਿਆਨ ਨਾਲ ਸਮਝਿਓ ਗੱਲ, ਭਾਰਤ ਦੇ ਕਿਸੇ ਕੋਨੇ 'ਚ ਵੀ ਲੈ ਜਾਓ, ਇਹਦੇ ਅੰਦਰੋਂ ਤੁਸੀਂ ਗੁਰੂ ਨਾਨਕ ਦੀ ਸਿੱਖੀ ਨਹੀਂ ਮੁਕਾ ਸਕਦੇ। ਜੇ ਇਹਦੇ ਅੰਦਰੋਂ ਸਿੱਖੀ ਮੁਕਾਉਣੀ ਹੈ ਤੇ ਇਹਨੂੰ 7 ਸਮੁੰਦਰੋਂ ਪਾਰ ਲੈ ਜਾਓ। ਇੰਗਲੈਂਡ ਲੈ ਗਏ, ਸਾਰੀ ਪਰਵਰਿਸ਼ ਆਪਣੇ ਢੰਗ ਨਾਲ ਕੀਤੀ।
ਜਦੋਂ ਇਹ ਬੱਚਾ ਪੰਜਾਬ ਵਿੱਚ ਸੀ ਤੇ ਇਹਨੂੰ ਬਾਣੀ ਪੜ੍ਹਾਉਣ ਵਾਲੇ, ਇਹਦੇ ਆਲੇ ਦੁਆਲੇ ਗੱਲ ਕਰਨ ਵਾਲੇ ਸਿੱਖ ਬੱਚੇ ਰਹਿੰਦੇ ਸਨ। ਜਦੋਂ ਇੰਗਲੈਂਡ ਚਲਾ ਗਿਆ, ਇਹਦੇ ਆਲੇ ਦੁਆਲੇ ਦੀ ਸੁਸਾਇਟੀ ਬਦਲਤੀ, ਸਾਰਾ ਕੁਝ ਚੇਂਜ ਕਰਤਾ। ਅਖੀਰ ਦਲੀਪ ਸਿੰਘ ਨੂੰ ਇਹ ਅਹਿਸਾਸ ਕਰਾਇਆ ਵੀ ਤੂੰ ਇਸ ਦੇਸ਼ ਦਾ ਹੀ ਜੰਮਪਲ ਹੈ, ਤੂੰ ਇੱਥੋਂ ਦਾ ਹੀ ਰਹਿਣ ਵਾਲਾ ਆ। ਤਾਂ ਹੀ ਉਹਨੂੰ ਬਲੈਕ ਪ੍ਰਿੰਸ ਕਹਿੰਦੇ ਸੀ। ਤੇਰਾ ਰੰਗ ਕਾਲਾ ਆ ਪਰ ਹੈ ਤੂੰ ਇੱਥੋਂ ਦਾ ਰਾਜਾ। ਔਰ ਉਹਨੇ ਮੰਨ ਵੀ ਲਿਆ ਕੁਛ ਹੱਦ ਤੱਕ। ਪਰ ਅਖੀਰ ਜਿਹੜਾ ਬੀਜ ਸਿੱਖੀ ਦਾ ਪਿਆ ਸੀ ਨਾ ਉਹਦੇ ਅੰਦਰ, ਕਿਤੇ ਨਾ ਕਿਤੇ ਤੇ ਉਹ ਅੰਕੁਰ ਫੁੱਟਣਾ ਹੀ ਫੁੱਟਣਾ ਸੀ। ਫੁੱਟਿਆ, ਉਹ ਵਾਪਸ ਆਇਆ, ਆਪਣੀ ਮਾਂ ਨੂੰ ਕਲਕੱਤੇ ਦੇ ਇੱਕ ਹੋਟਲ ਵਿੱਚ ਮਿਲਿਆ। ਉਸ ਵੇਲੇ ਮਹਾਰਾਣੀ ਜਿੰਦ ਕੌਰ ਅੰਨੀ ਹੋ ਚੁੱਕੀ ਸੀ, ਉਹਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ। ਅੰਨੀ ਹੋਈ ਮਾਂ ਨੇ ਕਿਹਾ ਮੈਨੂੰ ਪੁੱਤ ਮਿਲਾ ਦਿਓ। ਮਿਲਾਇਆ ਗਿਆ ਪੁੱਤ। ਗਲਵੱਕੜੀ 'ਚ ਲੈ ਕੇ ਬੱਚੇ ਨੂੰ ਜਦੋਂ ਉਹਨੇ ਸਿਰ ਤੇ ਹੱਥ ਫੇਰਿਆ, ਪੰਜਾਬ ਦੀਆਂ ਮਾਵਾਂ ਦੀ ਇੱਕ ਖਾਸੀਅਤ ਹੈ, ਸਿਰਫ ਪੰਜਾਬ ਦੀਆਂ ਮਾਵਾਂ ਹੀ ਐਂ ਕਰਦੀਆਂ, ਬਾਕੀ ਥਾਵਾਂ ਤੇ ਨਹੀਂ ਕਰਦੀਆਂ। ਤੁਸੀਂ ਕਦੀ ਵੇਖਿਓ, ਸਿਰਫ ਪੰਜਾਬ ਦੀ ਮਾਂ ਆ, ਭਾਵੇਂ ਉਹ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ, ਬਹੁਤ ਸਾਰੇ ਦੁਨੀਆ ਦੀਆਂ ਮਾਵਾਂ ਹੋਰ ਵੀ ਹੋਣਗੀਆਂ, ਪਰ ਇੱਕੋ ਹੀ ਇੱਕ ਮਾਂ ਹੈ ਪੰਜਾਬ ਦੀ। ਜਦੋਂ ਕਿਸੇ ਨੂੰ ਵੀ ਮਿਲਦੀ ਹੈ ਤੇ ਅਸੀਸ ਦੇਣ ਲਈ ਉਹਦੇ ਸਿਰ ਤੇ ਹੱਥ ਫੇਰਦੀ ਹੈ। ਜਦੋਂ ਉਹਦੇ ਬੱਚੇ ਦੇ ਸਿਰ ਤੇ ਹੱਥ ਫੇਰਿਆ ਨਾ ਮਾਂ ਨੇ, ਤੇ ਆਪਣੇ ਦਸਤਾਰ ਸਿਰ ਤੇ ਨਾ ਵੇਖੀ, ਭੁੱਬ ਮਾਰ ਕੇ ਮਹਾਰਾਣੀ ਜਿੰਦ ਕੌਰ ਰੋਈ, ਧੱਕਾ ਮਾਰ ਕੇ ਆਪਣੇ ਦਲੀਪ ਨੂੰ ਪਰੇ ਸੁੱਟਿਆ, ਔਰ ਹੁਬਕੀ ਹੁਬਕੀ ਰੋਂਦੀ ਮਹਾਰਾਣੀ ਜਿੰਦ ਕੌਰ ਨੇ ਕਿਹਾ, ਵੇ ਜ਼ਾਲਮੋ, ਮੇਰਾ ਰਾਜ ਭਾਗ ਖੋਹ ਲਿਆ, ਮੇਰਾ ਤਖਤੋ ਤਾਜ ਖੋਹ ਲਿਆ, ਮੇਰਾ ਸਿਰ ਦਾ ਸਾਈਂ ਖੋਹ ਲਿਆ, ਮੈਂ ਸਭ ਕੁਝ ਝੱਲ ਲਿਆ। ਤੁਹਾਡੇ ਤੋਂ ਮੇਰੇ ਕਲਗੀਆਂ ਵਾਲੇ ਦਾ ਤਾਜ ਮੇਰੇ ਬੱਚੇ ਦੇ ਸਿਰ ਤੇ ਜਰਿਆ ਨਾ ਗਿਆ, ਇਹ ਤਾਂ ਰਹਿਣ ਦਿੰਦੇ। ਦਲੀਪ ਨੂੰ ਧੱਕਾ ਮਾਰ ਕੇ ਪਰੇ ਸੁੱਟ ਕੇ ਕਹਿੰਦੀ, ਅੱਜ ਮੇਰਾ ਸਭ ਕੁਝ ਖੁੱਸ ਗਿਆ, ਅੱਜ ਮੈਨੂੰ ਐ ਲੱਗਦਾ ਜਿਵੇਂ ਦੁਨੀਆ ਉਜੜ ਗਈ ਹੈ। ਮੇਰਾ ਸਿਰ ਦਾ ਸਾਈਂ ਮਰਿਆ, ਮੈਨੂੰ ਦੁੱਖ ਨਹੀਂ ਹੋਇਆ। ਮੈਂ ਜੇਲਾਂ ਕੱਟੀਆਂ, ਮੈਂ ਬਹੁਤ ਕੁਝ ਝੱਲਿਆ, ਆਪਣੇ ਚਿਹਰਿਆਂ ਤੇ ਕਾਲਖਾਂ ਮੱਲੀਆਂ, ਪਰ ਮੈਂ ਕਦੀ ਦੁਖੀ ਨਹੀਂ ਹੋਈ ਜਿੰਨੀ ਦੁਖੀ ਮੈਂ ਅੱਜ ਹੋਈ। ਦਲੀਪ ਸਿੰਘ ਉੱਠਿਆ, ਉਹਨੇ ਆਪਣੇ ਆਪ ਨੂੰ ਸੰਭਾਲਿਆ, ਮਾਂ ਦੇ ਗਲ ਲਾ ਕੇ ਕਹਿੰਦਾ, ਮਾਂ, ਕੱਲਾ ਮੈਂ ਤੇਰੇ ਕੋਲੋਂ ਦੂਰ ਨਹੀਂ ਸੀ ਹੋਇਆ, ਤੇਰੀ ਗੋਦੀ ਵਿਚਲਾ ਨਿੱਘ ਵੀ ਮੇਰੇ ਕੋਲੋਂ ਇਹਨਾਂ ਨੇ ਖੋਹ ਲਿਆ ਸੀ। ਇੱਕ ਵਾਰ ਗਲਵੱਕੜੀ ਨਾਲ ਲਾ ਲਾ, ਦਾਅਵਾ ਕਰਦਾ ਤੇਰੇ ਚਰਨਾਂ 'ਚ, ਵਾਅਦਾ ਕਰਦਾ ਤੇਰੇ ਚਰਨਾਂ 'ਚ, ਅੱਜ ਤੋਂ ਬਾਅਦ ਇਹ ਸਿੱਖੀ ਦਾ ਤਾਜੋ ਤਾਜ ਤੇ ਤੈਨੂੰ ਵਾਪਸ ਲਿਆ ਕੇ ਵਿਖਾਵਾਂਗਾ। ਦੂਜਾ ਰਾਜ ਮੇਰੇ ਤੋਂ ਵਾਪਸ ਆਵੇ ਨਾ ਆਵੇ ਉਹ ਬਾਅਦ ਦੀ ਗੱਲ ਹੈ, ਪਰ ਇਹ ਤਾਜ ਮੈਂ ਸਿਰ ਤੇ ਸਜਾਵਾਂਗਾ ਅੱਜ ਤੋਂ ਬਾਅਦ। ਕਿਉਂ ਭਲਾ? ਕਿਉਂਕਿ ਮਹਾਰਾਣੀ ਜਿੰਦ ਕੌਰ ਨੇ ਕਿਹਾ ਸੀ, ਕਲਗੀਆਂ ਵਾਲੇ ਦੇ ਦਿੱਤੇ ਤਾਜ ਨਾਲੋਂ ਬਾਕੀ ਸਾਰੀਆਂ ਚੀਜ਼ਾਂ ਫਿੱਕੀਆਂ ਨੇ, ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ, ਜਿਨ੍ਹਾਂ ਦੀ ਸ਼ਹਾਦਤ ਮਨਾ ਰਹੇ ਹਾਂ ਅਸੀਂ। ਮੈਂ ਰਾਤੀ ਵੀ ਕਿਹਾ ਸੀ, ਪੱਗਾਂ ਫੈਸ਼ਨ ਦਾ ਕੋਈ ਟੁਕੜਾ ਨਹੀਂ ਹਨ, ਵੀ ਪੱਗਾਂ ਸੋਹਣੀਆਂ ਸੋਹਣੀਆਂ ਬੰਨ੍ਹ ਕੇ ਅਸੀਂ ਸਜਾ ਸਜਾ ਕੇ ਦੁਨੀਆ ਦੇ ਲੋਕਾਂ ਨੂੰ ਦਸੀਏ। ਇਹ ਮਾਡਲ ਬਣਨ ਲਈ ਨਹੀਂ ਗੁਰੂ ਸਾਹਿਬ ਜੀ ਨੇ ਸਿਰ ਤੇ ਸਜਾਈਆਂ। ਇਹ ਠੀਕ ਹੈ, ਅੱਜ ਪੱਗਾਂ ਵੀ ਮਾਡਲਿਟੀ ਦੇ ਰਾਹ ਤੇ ਪੈ ਗਈਆਂ ਨੇ, ਤੇ ਅੱਜ ਪੱਗਾਂ ਨਾਲ ਬਹੁਤ ਕੁਝ ਐਸਾ ਜੁੜਦਾ ਜਾਂਦਾ ਹੈ, ਬਹੁਤ ਕੁਝ ਪੱਗਾਂ ਦੇ ਨਾਲ ਐਸਾ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੱਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵੱਲੋਂ ਬਖਸ਼ਿਆ ਹੋਇਆ ਸਾਡੇ ਕੋਲ ਤਾਜ ਹੈ, ਜਿਸ ਤਾਜ ਦੇ ਬਦਲੇ ਬਹੁਤ ਕੁਝ ਹੋਇਆ, ਬਹੁਤ ਕੁਝ ਵਾਪਰਿਆ। ਪਰ ਗੱਲ ਇਹ ਹੈ ਵੀ ਅਸੀਂ ਸਿਰਫ ਗੱਲਾਂ ਕਰਨੀਆਂ ਜਾਣਦੇ ਹਾਂ, ਅਸੀਂ ਸਿਰਫ ਗੱਲਾਂ ਦੇ ਵਪਾਰੀ ਹਾਂ, ਅਸੀਂ ਗੱਲਾਂ ਨਾਲ ਸੰਬੰਧ ਰੱਖਦੇ ਹਾਂ, ਫੀਲ ਕਰਦੇ ਹਾਂ ਬਹੁਤ ਜ਼ਿਆਦਾ ਜਦੋਂ ਸੁਣਦੇ ਹਾਂ, ਸਮਝਦੇ ਹਾਂ, ਪਰ ਜਦੋਂ ਅਸੀਂ ਉਸ ਲੜੀ ਚੋਂ ਬਾਹਰ ਨਿਕਲ ਜਾਂਦੇ ਹਾਂ, ਫਿਰ ਅਸੀਂ ਉਸੇ ਦੁਨੀਆ 'ਚ ਹੀ ਚਲੇ ਜਾਂਦੇ ਹਾਂ। ਫਿਰ ਅਸੀਂ ਐਂ ਹੀ ਕਰਦੇ ਹਾਂ, ਵੇਖੋ ਜੀ, ਫਿਰ ਸਮੇਂ ਨਾਲ ਚੱਲਣਾ ਹੀ ਪੈਂਦਾ ਹੈ, ਜ਼ਮਾਨਾ ਹੀ ਫਿਰ ਇੱਦਾਂ ਦਾ ਆ। ਹੁਣ ਜ਼ਮਾਨੇ ਨਾਲ ਤਾਂ ਫਿਰ ਬੰਦੇ ਨੂੰ ਥੋੜਾ ਥੋੜਾ ਚੱਲਣਾ ਹੀ ਪੈਂਦਾ ਹੈ। ਮਰਦ ਉਹ ਨਹੀਂ ਜੋ ਚਲਤੇ ਹੈ ਜ਼ਮਾਨੇ ਕੇ ਸਾਥ ਸਾਥ। ਉਹ ਮਰਦ ਥੋੜੀ ਹੁੰਦੇ ਨੇ ਜਿਹੜੇ ਜ਼ਮਾਨੇ ਨਾਲ ਤੁਰ ਪੈਣ, ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦੇਤੇ। ਆਪਾਂ ਅੱਗੇ ਵੀ ਨਾਲ ਨਾਲ ਸਮਝਾਂਗੇ। ਇਕਬਾਲ ਸ਼ਾਇਰ ਹੋਇਆ, ਇਕਬਾਲ ਇਸਲਾਮ ਨਾਲ ਸੰਬੰਧ ਰੱਖਦਾ ਸੀ। ਉਸ ਸ਼ਾਇਰ ਨੇ ਜਦੋਂ ਬਾਬੇ ਨਾਨਕ ਜੀ ਬਾਰੇ ਲਿਖਿਆ ਤੇ ਉਹ ਕਹਿੰਦਾ ਵੀ ਭਾਰਤ ਅੰਦਰ ਇੱਕੋ ਹੀ ਮਰਦ ਹੈ। ਹੁਣ ਇਹ ਨਿੱਕੀ ਗੱਲ ਥੋੜ੍ਹੀ ਹੈ ਵੀ ਇੱਕ ਇਸਲਾਮ ਦਾ ਰਾਈਟਰ, ਇਹ ਨਹੀਂ ਵੀ ਇਸਲਾਮ ਵਿੱਚ ਕੋਈ ਬੰਦੇ ਚੰਗੇ ਨਹੀਂ ਹੋਏ। ਉਹਨੇ ਕੀ ਲਿਖਿਆ? ਫਿਰ ਉੱਠੀ
ਵੇਖਿਓ, ਧਿਆਨ ਨਾਲ ਸੁਣਿਓ। ਔਰ ਮੈਂ ਹੈਰਾਨ ਇਸ ਕਰਕੇ ਹਾਂ ਵੀ ਜਦੋਂ ਦੂਜਿਆਂ ਨੇ ਏਡਾ ਕਮਾਲ ਦਾ ਲਿਖਿਆ, फिर उठी आखिर सदा तौहीद की पंजाब से, इस हिंद को मर्दे कामल ने जगाया ख्वाब से। सुपना लै रहा सी भारत, बड़े आए इत्थे, पर किसे मर्द तो यह भारत ना जागया, किसे मर्द तो यह भारत जगाया ना गया। पर इस धरती ते एक मर्द दे चरण पए, वो बाबा नानक सी जिन्हें भारत दे लोकां दा सुपना तोड़िया, ਇਹਨਾਂ ਨੂੰ ख्वाब चों बाहर कढ़िया। ਇਹ ਜਿਹੜਾ ਸੁਪਨਾ ਲੈ ਰਹੇ ਸੀ, ਸੁੱਤੇ ਸਨ ਗਾਫਲਤਾ ਦੀ ਨੀਂਦ, ਇਹਨਾਂ ਨੂੰ ਕਿਹਾ ਤੁਹਾਡਾ ਸਭ ਕੁਝ ਤਬਾਹ ਹੋ ਰਿਹਾ ਹੈ। ਜਿਨ੍ਹਾਂ ਨੂੰ ਤੁਸੀਂ ਪਹਿਰੇ ਤੇ ਬਿਠਾਇਆ, ਜਿਨ੍ਹਾਂ ਦੀ ਡਿਊਟੀ ਇਹ ਲਾਈ ਹੈ ਵੀ ਇਹ ਪਹਿਰੇਦਾਰੀਆਂ ਕਰਨਗੇ, ਮੈਂ ਤੁਹਾਨੂੰ ਦੱਸਦਾ ਇਹ ਸਾਰੇ ਹੀ ਪਹਿਰੇਦਾਰ ਤੁਹਾਡੇ ਗੁਲਾਮ ਹੋ ਗਏ ਨੇ। ਕਿਸੇ ਦੇ ਕਾਦੀ ਕੂੜ ਬੋਲ ਮਲ ਖਾਏ ਪਹਿਰੇਦਾਰ ਹੈ ਨਾ ਤੁਹਾਡਾ, ਪਰ ਇਹ ਝੂਠਾ ਹੋ ਗਿਆ, ਇਹ ਮਲ ਖਾਣ ਲੱਗ ਪਿਆ ਤੇ ਮੈਲ ਵਿੱਚ ਇੰਨਾ ਮਸਤ ਹੋ ਗਿਆ, ਇਹਨੇ ਮਲ ਖਾਂਦਿਆਂ ਖਾਂਦਿਆਂ ਆਪਣੇ ਘਰ ਦੀਆਂ ਇੱਜ਼ਤਾਂ ਕਿਹੜੇ ਵੇਲੇ ਦੂਜਿਆਂ ਕੋਲ ਗਹਿਣੇ ਰੱਖਤੀਆਂ ਤੁਹਾਨੂੰ ਪਤਾ ਹੀ ਨਹੀਂ ਲੱਗਾ। ਕਾਦੀ ਕੂੜ ਬੋਲ ਮਲ ਖਾਏ, ਦੂਜਾ ਪਹਿਰੇਦਾਰ ਤੁਸੀਂ ਰੱਖਿਆ ਬ੍ਰਾਹਮਣ, ਕਿਸੇ ਫਿਰਕੇ ਨਾਲ ਕੋਈ ਸੰਬੰਧ ਨਹੀਂ। ਧਿਆਨ ਨਾਲ ਸਮਝਿਓ ਗੱਲ, ਕੋਈ ਵੀਰ ਕਿਸੇ ਫਿਰਕੇ ਨਾਲ ਸੰਬੰਧ ਰੱਖ ਕੇ ਨਾ ਇਹਨਾਂ ਗੱਲਾਂ ਨੂੰ ਸਮਝਿਆ ਕਰੋ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ। ਜਿਹੜਾ ਬੰਦਾ ਤੁਸੀਂ ਦੂਜਾ ਪਹਿਰੇਦਾਰ ਲਾਇਆ ਹੈ ਨਾ, ਇਹ ਤੇ ਜੀਆਂ ਦਾ ਘਾਣ ਕਰਦਾ। ਤੇ ਤੀਜਾ ਪਹਿਰੇਦਾਰ ਹੈ ਜੋਗੀ। ਤੇ ਵੇਖਿਓ ਹੁਣ ਸ਼ਬਦ ਵੇਖਿਓ, ਬ੍ਰਾਹਮਣ ਨਹਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਇਹਨਾਂ ਕਰਕੇ ਭਾਰਤ ਮੁਲਕ ਤਬਾਹ ਹੋਇਆ। ਜੇ ਜਾਗਦੇ ਹੁੰਦੇ ਤੇ ਮੁਲਕ ਤਬਾਹ। 712 ਵਿੱਚ ਪਹਿਲੀ ਵਾਰ ਭਾਰਤ ਦੀ ਧਰਤੀ ਤੇ ਮੁਹੰਮਦ ਬਿਨ ਕਾਸ਼ਮ ਆਇਆ। 712 ਵਿੱਚ ਇੱਥੋਂ ਦੇ ਲੋਕਾਂ ਨੂੰ ਭੇਡਾਂ ਵਾਂਗ ਅੱਗੇ ਲਾ ਕੇ ਤੁਰ ਗਿਆ। ਤੇ ਜਦੋਂ ਉਹਨੂੰ ਪੁੱਛਿਆ ਕਿੱਥੋਂ ਆਇਆ, ਕਹਿੰਦਾ ਭਾਰਤ ਵਿੱਚੋਂ ਆਇਆ। ਕਹਿੰਦਾ ਕਮਾਲ ਹੋ ਗਈ ਹੈ, ਸਾਰਾ ਕੁਝ ਲੁੱਟ ਕੇ ਲਾਇਆ, ਤੈਨੂੰ ਕੋਈ ਟੱਕਰਿਆ ਨਹੀਂ ਰਾਹ ਵਿੱਚ। ਕਹਿੰਦਾ ਭਾਰਤ ਭੇਡਾਂ ਦਾ ਵਾੜਾ, ਇੱਕ ਡੰਡਾ ਲੈ ਕੇ ਜਾਓ ਤੇ ਸਾਰਿਆਂ ਨੂੰ ਅੱਗੇ ਲੈ ਆਓ, ਉੱਥੇ ਭੇਡਾਂ ਨੇ, ਉੱਥੇ ਬੰਦਾ ਨਹੀਂ ਕੋਈ ਵੀ। ਤੇ ਉਸ ਭੇਡਾਂ ਦੇ ਵਾੜੇ ਵਿੱਚ ਜਿੱਦਣ ਮੇਰਾ ਬਾਬਾ ਨਾਨਕ ਆਇਆ ਤੇ ਉਹਨਾਂ ਨੂੰ ਹਲੂਣ ਕੇ ਜਗਾਇਆ। ਔਰ ਉਸ ਮਰਦ ਦੀ ਤਾਰੀਫ ਵਿੱਚ ਸਾਰੇ ਇਕਬਾਲ ਨੇ, ਜਿਹੜਾ ਇਸਲਾਮ ਨਾਲ ਸੰਬੰਧ ਰੱਖਦਾ, ਉਹਨੇ 4 ਲਾਈਨਾਂ ਲਿਖੀਆਂ ਤੇ ਉਹ ਕਹਿੰਦਾ ਮੇਰੀ ਨਿਗਾਹ ਵਿੱਚ ਭਾਰਤ ਦੀ ਧਰਤੀ ਤੇ ਬਾਬੇ ਨਾਨਕ ਤੋਂ ਪਹਿਲਾਂ ਕੋਈ ਮਰਦ ਨਹੀਂ ਹੋਇਆ। ਮੈਂ ਨਹੀਂ ਕਹਿ ਰਿਹਾ, ਇਹ ਸਰ ਇਕਬਾਲ ਦਾ ਕਹਿਣਾ ਹੈ। ਮੈਂ ਤੇ ਕਹਾਂਗਾ ਕਿਉਂਕਿ ਮੈਂ ਸਿੱਖ ਧਰਮ ਦਾ ਪ੍ਰਚਾਰਕ ਹਾਂ, ਮੈਂ ਥੋੜੀ ਕਹਾਂਗਾ ਵੀ ਬਾਬੇ ਨਾਨਕ ਨੇ ਨਹੀਂ ਜਗਾਇਆ। ਮੇਰੇ ਤੇ ਯਕੀਨ ਕਰਨਾ ਵੀ ਨਹੀਂ ਚਾਹੀਦਾ, ਪਰ ਘੱਟੋ ਘੱਟ ਉਹਦੇ ਤੇ ਯਕੀਨ ਤਾਂ ਕਰੋ ਜਿਹੜਾ ਬਾਬੇ ਨਾਨਕ ਨਾਲ ਦੂਰੋਂ ਨੇੜਿਓਂ ਸੰਬੰਧ ਵੀ ਨਹੀਂ ਰੱਖਦਾ, ਪਰ ਕਹਿੰਦਾ ਬਾਬੇ ਨਾਨਕ ਤੋਂ ਪਹਿਲਾਂ ਭਾਰਤ ਦੀ ਧਰਤੀ ਤੇ ਕੋਈ ਮਰਦ ਨਹੀਂ ਆਇਆ। ਫਿਰ ਤੇ ਬਣਦੀ ਹੈ ਗੱਲ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਜੇ ਇਸ ਹੁਣ ਇਹ ਧਿਆਨ ਨਾਲ ਵੇਖੋ, ਜੇ ਬਾਬਾ ਨਾਨਕ ਮਰਦ ਇਸ ਭਾਰਤ ਦੀ ਧਰਤੀ ਤੇ ਇਕੱਲਾ ਆਉਂਦਾ, ਉਸ ਵੇਲੇ ਮੁਲਕ ਨੂੰ ਜਗਾ ਦਿੰਦਾ ਹੈ ਤੋਂ 550 ਸਾਲ ਪਹਿਲਾਂ। ਤੇ ਇਹ ਮੁਲਕ ਬਾਬੇ ਨਾਨਕ ਤੋਂ ਪਹਿਲਾਂ ਲੁੱਟਿਆ ਗਿਆ ਹੋਵੇ ਤੇ 100 ਵਾਰ ਲੁੱਟਿਆ ਗਿਆ ਹੋਵੇ। ਜਿੱਦਣ ਬਾਬੇ ਨਾਨਕ ਦਾ ਪੈਰ ਇਸ ਧਰਤੀ ਤੇ ਪੈ ਗਿਆ, ਜਿੱਦਣ ਫਿਰ ਅਬਦਾਲੀ ਇੱਥੇ ਲੁੱਟਣ ਆਇਆ ਨਾ, ਬਿਆਸ ਦਰਿਆ ਨਹੀਂ ਪਾਰ ਕਰਨ ਦਿੱਤਾ ਅਬਦਾਲੀ ਦੇ ਘੋੜਿਆਂ ਨੂੰ। ਗੁਰੂ ਨਾਨਕ ਦੇ ਧੀਆਂ ਪੁੱਤਰਾਂ ਨੇ ਘੋੜਿਆਂ ਦੇ ਪੌੜਾਂ ਥੱਲੇ ਅੱਗ ਬਾਲਤੀ। ਵਾਪਸ ਪਰਤਿਆ ਅਬਦਾਲੀ, ਆਪਣੇ ਮੁਲਕ ਜਾ ਕੇ ਸੁੱਤਾ ਹੋਇਆ ਆਪਣੇ ਮਹਿਲਾਂ ਵਿੱਚ ਰਾਤ ਨੂੰ ਬੜਾ ਕੇ ਉੱਠਦਾ ਤੇ ਉਹਨੂੰ ਸੁਪਨੇ 'ਚ ਸਿੱਖ ਦਿਸਦੇ ਨੇ, ਉਹਨੂੰ ਸੁਪਨੇ 'ਚ ਪੱਗਾਂ ਵਾਲੇ ਦਿਸਦੇ ਨੇ। ਇਹ ਸਿੱਖੀ ਦਾ ਕਿਰਦਾਰ ਹੈ। ਤੇ ਇਹ ਕਿਰਦਾਰ ਇਸ ਬਾਬੇ ਦੀ ਬਾਣੀ ਵਿੱਚੋਂ ਆਉਂਦਾ ਹੈ। ਤੇ ਇਸ ਬਾਣੀ ਵਿੱਚੋਂ ਵੀ ਤਾਂ ਆਉਂਦਾ ਜੇ ਸਲਾਮ ਜਵਾਬ ਦੋਵੇਂ ਕਰੇ ਨਾ ਹੋਵੇ। ਸਲਾਮ ਵੀ ਕਰੀਏ ਤੇ ਜਵਾਬ ਵੀ ਦੇ ਜਾਈਏ, ਫਿਰ ਸਲਾਮ ਦੇ ਕੋਈ ਅਰਥ ਨਹੀਂ ਬਣਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ, ਦੋਵੇਂ ਹੀ ਕਰੀ ਜਾਂਦਾ ਤੂੰ। ਕੋਈ ਇੱਕ ਕਰ, ਜਾਂ ਸਲਾਮ ਕਰ ਜਾਂ ਜਵਾਬ ਦੇ। ਮੁੱਢੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ, ਦੋਵੇਂ ਹੀ ਝੂਠੀਆਂ ਨੇ। ਹੁਣ ਜਵਾਬ ਤੇ ਹੁੰਦਾ ਹੀ ਝੂਠਾ ਆ, ਸਲਾਮ ਥੋੜੀ ਝੂਠਾ ਹੁੰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਜੇ ਜਵਾਬ ਦੇਤਾ ਤੇ ਫਿਰ ਸਲਾਮ ਵੀ ਝੂਠੀ ਹੈ ਤੇਰੀ। ਸੋ ਗੁਰੂ ਬਾਬਾ ਮਿਹਰ ਕਰੇ ਸਾਹਿਬਜ਼ਾਦਿਆਂ ਦੇ ਵਾਰਸ ਬਣੀਏ।
ਤੇ ਸਾਹਿਬਜ਼ਾਦਿਆਂ ਦੇ ਵਾਰਿਸ ਬਣਨ ਵਾਸਤੇ ਤੁਹਾਨੂੰ ਇਹ ਚੀਜ਼ਾਂ ਸਮਝਣੀਆਂ ਪੈਣੀਆਂ। ਬਾਬੇ ਨੇ ਕਿਹਾ ਇਹ ਪਹਿਰੇਦਾਰ ਸੁੱਤੇ ਨੇ, ਤੇ ਮਹਾਰਾਜ ਫਿਰ ਹੁਣ ਕੀ ਕਰੋਗੇ? ਕਹਿੰਦੇ ਪਹਿਰੇਦਾਰ ਮੈਂ ਨਵੇਂ ਲਾਵਾਂਗਾ ਇੱਥੇ। ਕਮਾਲ ਹੈ, ਮਹਾਰਾਜ ਪਹਿਰੇਦਾਰ ਸਾਰੇ ਹੀ ਬਦਲ ਦਿਓ? ਕਹਿੰਦੇ ਹਾਂ ਬਦਲ ਦਿਆਂਗੇ। ਤੇ ਬਾਬੇ ਨਾਨਕ ਨੇ ਪਹਿਰੇਦਾਰ ਬਦਲਤੇ, ਤੇ ਫਿਰ ਬਾਬੇ ਨਾਨਕ ਨੇ ਜਿਹੜੇ ਬਦਲੇ ਪਹਿਰੇਦਾਰ ਲਾਏ ਨਾ, ਉਹ ਸੀ 7 ਸਾਲਾਂ ਦਾ ਪਹਿਰੇਦਾਰ ਸਰਹੰਦ ਦੀ ਧਰਤੀ ਤੇ ਬੈਠਾ। ਇਸ ਥਾਂ ਦਾ ਨਾਂ ਬਾਬੇ ਨਾਨਕ ਦੇ ਸਿੱਖਾਂ ਤੋਂ ਪਹਿਲਾਂ ਸੀ ਸਰਹੰਦ। ਇਹ ਹੌਲੀ ਹੌਲੀ ਸ਼ਬਦ ਬਦਲ ਜਾਂਦੇ ਨੇ, ਅਸਲ ਸੀ ਸਿਰ ਹਿੰਦ, ਹਿੰਦ ਦਾ ਸਿਰ। ਆਉਣ ਵਾਲੇ ਦਿਨਾਂ 'ਚ ਆਪਾਂ ਇਹਨੂੰ ਵੀ ਥੋੜਾ ਜਿਹਾ ਸਮਝਾਂਗੇ। ਹਿੰਦ ਦਾ ਸਿਰ, ਹਿੰਦੁਸਤਾਨ ਵਿੱਚੋਂ ਸਭ ਤੋਂ ਖੂਬਸੂਰਤ ਥਾਂ ਸੀ ਸਰਹਿੰਦ। ਕਿਉਂ ਖੂਬਸੂਰਤ ਸੀ? ਇੱਕੋ ਹੀ ਇੱਕ ਭਾਰਤ ਦੇ ਅੰਦਰ ਇੱਕ ਐਸਾ ਟੁਕੜਾ ਸੀ ਜਿੱਥੇ ਹਰ ਤਰ੍ਹਾਂ ਦੇ ਖਿੱਤੇ ਦੇ ਲੋਕ ਮਿਲਦੇ ਸਨ। ਆਬੂ ਹਵਾ ਸਭ ਦੀ ਖੂਬਸੂਰਤ ਸੀ ਉਸ ਵੇਲੇ। ਅੱਜ ਤੇ ਹਵਾ 'ਚ ਵੀ ਜ਼ਹਿਰ ਘੋਲਿਆ, ਅਸੀਂ ਉਹ ਬਹੁਤ ਕੁਝ ਅਸੀਂ ਆਪਣੇ ਵੱਲੋਂ ਸ਼ਾਮਲ ਕੀਤਾ ਉਹਦੇ 'ਚ। ਬਾਬੇ ਨਾਨਕ ਨੇ ਪਹਿਰੇਦਾਰ ਬਦਲੇ, ਔਰ ਬਾਬੇ ਨਾਨਕ ਦੇ ਬਦਲੇ ਪਹਿਰੇਦਾਰਾਂ 'ਚੋਂ ਜਦੋਂ 7 ਸਾਲ ਦਾ ਫਤਿਹ ਸਿੰਘ ਪਹਿਰੇਦਾਰ ਉਸ ਥਾਂ ਤੇ ਲੱਗਾ ਨਾ, ਹਾਲਾਂਕਿ ਉਹ ਨਾ ਕਾਜੀ ਸੀ, ਨਾ ਉਹ ਬ੍ਰਾਹਮਣ ਸੀ, ਤੇ ਨਾ ਉਹਦੀ ਇਕੱਲੀ ਕਿਸੇ ਜ਼ਿੰਮੇਵਾਰੀ ਲੱਗੀ ਸੀ, ਪਰ ਪਹਿਰੇਦਾਰ ਬੜਾ ਕਮਾਲ ਦਾ ਸੀ। ਜਿੱਦਣ 7 ਸਾਲ ਦੇ ਪਹਿਰੇਦਾਰ ਨੂੰ ਕਿਹਾ 10 ਬਦਲੇ ਵਿੱਚ ਕੀ ਲੈਣਾ, ਸਾਡੇ ਨਾਲ ਆ ਜਾ। ਇਹੀ ਸੀ ਨਾ ਸੌਦਾ ਹੋ ਰਿਹਾ ਉੱਥੇ, ਵੀ 10 ਕੀ ਲੈਣਾ? ਰਾਜ ਭਾਗ ਚਾਹੀਦਾ, ਸੋਹਣੇ ਡੋਲੇ ਚਾਹੀਦੇ ਨੇ, ਜਿਹੜੀ ਚੀਜ਼ ਦਾ ਨਾਂ ਲਏਗਾ ਤੇਰੇ ਚਰਨਾਂ 'ਚ ਹਾਜ਼ਰ ਕਰ ਦਿਆਂਗੇ, ਇੱਕ ਵਾਰ ਇਸਲਾਮ ਵਿੱਚ ਆ ਜਾ। ਫਤਿਹ ਸਿੰਘ ਤੋਤਲੀ ਜਵਾਨ, 7 ਸਾਲ ਦੀ ਉਮਰ ਕੀ ਹੁੰਦੀ ਹੈ? ਤੋਤਲੀ ਜਵਾਨ ਵਿੱਚ ਫਤਿਹ ਸਿੰਘ ਕਹਿੰਦਾ ਵਜ਼ੀਰ ਖਾਂ ਲਾਲਚ ਨਾ ਦੇ, ਕੁਛ ਨਹੀਂ ਚਾਹੀਦਾ। ਬਾਬੇ ਨਾਨਕ ਦੀ ਬਾਣੀ ਨੇ ਗੁੜਤੀ ਇਹ ਦਿੱਤੀ ਹੈ ਵੀ ਲਾਲਚ ਤੇ ਨਿਹਕਾਮੀ ਹੋ ਕੇ ਕਦੀ ਰੱਬ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਮੈਂ ਅੱਲਾਹ ਤਾਲਾ ਨੂੰ ਜੋ ਕਹਾਂਗਾ ਕਹਿ ਦਿਆਂਗਾ। ਇੰਨੀ ਗੱਲ ਦੱਸ ਦੇ, ਜੇ ਮੈਂ ਇਸਲਾਮ ਵਿੱਚ ਆਇਆ ਤੇ ਮੇਰੀ ਮੌਤ ਤਾਂ ਨਹੀਂ ਹੋਏਗੀ ਕਦੇ ਵੀ? ਕਹਿੰਦੇ ਨਹੀਂ, ਉਹ ਤਾਂ ਹੋਣੀ ਹੋਣੀ ਹੈ। ਕਿਉਂਕਿ ਇਹ ਕਿਵੇਂ ਕਹਿ ਸਕਦੇ ਸੀ ਵੀ ਮੌਤ ਕਦੇ ਨਹੀਂ ਹੋਣੀ? ਫਿਰ ਫਤਿਹ ਸਿੰਘ ਤੋਤਲੀ ਜ਼ਬਾਨ ਵਿੱਚ ਕਹਿੰਦਾ ਜੇ ਤੇਰੇ ਨਾਲ ਖਲੋ ਕੇ ਵੀ ਮਾਰੀ ਜਾਣਾ, ਫਿਰ ਆਪਣੇ ਥਾਂ ਤੇ ਖਲੋ ਕੇ ਕਿਉਂ ਨਾ ਮਰ ਜਾ, ਮਾਣ ਤੇ ਹਾਸਲ ਕਰ ਜਾਗਾ। ਥਾਂ ਬਦਲ ਕੇ ਵੀ ਮਾਰੀ ਜਾਣਾ, ਤੇ ਘੱਟੋ ਘੱਟ ਥਾਂ ਤੇ ਨਾ ਬਦਲਾਂ, ਇੱਥੇ ਹੀ ਖੜਾ ਆ। ਤੇ ਇਸ ਥਾਂ ਤੇ ਪਹਿਰੇਦਾਰ ਮੈਨੂੰ ਬਾਬੇ ਨਾਨਕ ਨੇ ਲਾਇਆ। ਤੇ ਜਿੱਦਣ ਮੈਨੂੰ ਬਾਬੇ ਨਾਨਕ ਨੇ ਪਹਿਰੇਦਾਰ ਲਾਇਆ ਸੀ, ਉਦਣ ਬਾਬੇ ਨਾਨਕ ਨੇ ਕਿਹਾ ਸੀ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਤੇ ਜਿੱਦਣ ਮੈਨੂੰ ਇਸ ਥਾਂ ਤੇ ਪਹਿਰੇਦਾਰ ਲਾਇਆ, ਕੋਸ਼ਿਸ਼ ਕਰ ਲੈ ਜੀਂਦੇ ਜੀ ਤੇ ਪਹਿਰੇਦਾਰੀ ਨਹੀਂ ਬਦਲਦਾ। ਹਾਂ, ਸਰੀਰ ਵਿੱਚ ਪ੍ਰਾਣ ਨਾ ਰਹੇ ਫਿਰ ਤੇਰੀ ਮਰਜ਼ੀ ਚੱਲੇਗੀ, ਪਰ ਇਹ ਸਰਹੰਦ ਹੁਣ ਸਰਹੰਦ ਨਹੀਂ ਰਹਿ ਜਾਣੀ, ਇਹ ਸਰਹੰਦ ਹੁਣ ਫਤਿਹਗੜ੍ਹ ਬਣ ਜਾਣੀ ਹੈ। ਔਰ ਬਣ ਗਈ। ਹੁਣ ਉਹ ਸਰਹੰਦ ਨਹੀਂ ਹੈ, ਹੁਣ ਕੀ ਹੈ? ਉਹ ਫਤਿਹ ਸਿੰਘ ਨੇ ਫਤਿਹ ਐਸੀ ਬੁਲਾਈ, ਸਰਹੰਦ ਫਤਿਹਗੜ੍ਹ ਹੋ ਗਈ। ਐਸੀ ਫਤਿਹ ਬੁਲਾਈ ਵੀ ਉਹ ਸਰਹੰਦ ਦਾ ਨਾਂ ਹੀ ਬਦਲ ਗਿਆ ਉਹਦੇ ਤੋਂ ਬਾਅਦ। ਸੋ ਆਓ, ਕਿਸੇ ਵੀ ਫੀਲਡ ਵਿੱਚ ਹੋਈਏ, ਸਰਹਿੰਦ ਨਾ ਬਣ ਦਿਓ, ਫਤਿਹਗੜ੍ਹ ਬਣਾਓ, ਬਣ ਜਾਏਗੀ। ਹਰ ਇੱਕ ਫੀਲਡ ਵਿੱਚ, ਘਰ ਵਿੱਚ, ਪਰਿਵਾਰ ਵਿੱਚ ਫਤਿਹਗੜ੍ਹ ਬਣਾਓ। ਆਪਣੇ ਆਪ ਤੇ ਫਤਿਹ ਸਿੱਖਣੀ ਪਾਉਣੀ ਸਿੱਖੋ, ਤੇ ਅਸੀਂ ਹਰ ਥਾਂ ਤੇ ਫਤਿਹ ਪਾ ਸਕਦੇ ਹਾਂ। ਗੁਰੂ ਬਾਬਾ ਮਿਹਰ ਕਰੇ, ਸਾਨੂੰ ਬਾਣੀ ਤੇ ਚੱਲਣ ਦੀ ਜਾਚ ਆ ਜਾਏ। ਆਪ ਸਾਰਿਆਂ ਦਾ ਧੰਨਵਾਦ ਹੈ, ਪਰਿਵਾਰ ਦੇ ਜੀਆਂ ਦਾ ਧੰਨਵਾਦ, ਜਿਨ੍ਹਾਂ ਨੇ ਉਚੇਚਾ ਯਤਨ ਕਰਕੇ ਆਪਣੇ ਗ੍ਰਹਿ ਵਿਖੇ ਸਤਿਗੁਰੂ ਜੀ ਦੇ ਚਰਨ ਪਰਸੇ ਹਨ, ਤੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਗੁਰਮਤਿ ਸਮਾਗਮ ਆਪਣੇ ਗ੍ਰਹਿ ਵਿਖੇ ਕਰਵਾਇਆ। ਇਹਨਾਂ ਪ੍ਰਬੰਧਕ ਵੀਰਾਂ ਦਾ ਮੈਂ ਰਾਤੀ ਵੀ ਇੱਕ ਬੇਨਤੀ ਅਖੀਰ ਤੇ ਕੀਤੀ ਸੀ, ਸਹਿਯੋਗੀ ਬਣਿਆ ਕਰੀਏ, ਅਸੀਂ ਸਾਰੇ ਇੱਕ ਦੂਜੇ ਦੇ ਸਾਥ ਦਿਆ ਕਰੀਏ। ਕ੍ਰੈਡਿਟ ਲੈਣ ਦੀ ਕੋਈ ਗੱਲ ਨਹੀਂ ਹੁੰਦੀ। ਜਿਹੜਾ ਬੰਦਾ ਜਿਸ ਥਾਂ ਤੇ ਵੀ ਹੈਗਾ, ਇੱਕ ਦੂਜੇ ਦਾ ਸਾਥ ਦੇ ਕੇ ਅਸੀਂ ਜਦੋਂ ਵੀ ਕੋਈ ਕਾਰਜ ਆਰੰਭ ਕਰਦਾ, ਸਾਥੀ ਬਣੀਏ, ਤਾਂ ਕਿ ਰਲ ਮਿਲ ਕੇ ਅਸੀਂ ਉਹਨਾਂ ਸਾਰੇ ਸਮਾਗਮਾਂ ਨੂੰ ਸਫਲ ਕਰ ਸਕੀਏ, ਆਪਣੇ ਆਪ ਨੂੰ ਉਸ ਖੂਬਸੂਰਤ ਕੜੀ ਦਾ ਹਿੱਸਾ ਬਣਾ ਸਕੀਏ। ਆਪ ਸਭਨਾਂ ਦਾ ਧੰਨਵਾਦ। ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ। ਭੁੱਲਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ। ਅਗਲੇਰੀ ਲੜੀ 2 ਦੀਵਾਨ ਹੋਰ ਲੜੀਵਾਰ ਦਾਸ ਨੇ ਹਾਜ਼ਰੀ ਭਰਨੀ ਹੈ। ਉਹਦੇ ਤੋਂ ਬਾਅਦ ਹੋਰ ਆਉਣ ਵਾਲੇ ਬੁਲਾਰਿਆਂ ਨੇ ਆਪ ਜੀ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਇਤਿਹਾਸ ਨੂੰ ਸਮਝਣਾ ਹੈ, ਜਾਣਨਾ ਹੈ। 2 ਦੀਵਾਨ ਹੋਰ ਹਨ, ਉਹਨਾਂ ਵਿੱਚ ਵੀ ਇੱਦਾਂ ਹੀ ਸਾਰੇ ਕੋਸ਼ਿਸ਼ ਕਰਿਆ ਕਰੋ ਵੱਧ ਚੜ੍ਹ ਕੇ ਆਪਾਂ ਹਾਜ਼ਰ ਹੋਈਏ ਔਰ ਇਤਿਹਾਸ ਨੂੰ ਸਮਝਣ ਦਾ ਯਤਨ ਕਰੀਏ। ਕੁਝ ਗੱਲਾਂ ਕਈਆਂ ਨੂੰ ਇੱਦਾਂ ਲੱਗਦਾ ਹੋਣਾ ਵੀ ਜਿਵੇਂ ਟਰਡੀਸ਼ਨਲ ਗੱਲ ਹੋ ਸਕਦਾ। ਮੈਂ ਬੇਨਤੀ ਕਰਦੇ ਹਾਂ ਵੀ
ਕੱਲੇ ਸਾਹਿਬਜ਼ਾਦਿਆਂ ਦੀ ਗੱਲ ਕਰੋ। ਸਾਹਿਬਜ਼ਾਦਿਆਂ ਦੀ ਗੱਲ ਤੁਹਾਨੂੰ ਮੈਂ ਕੋਈ ਨਵੀਂ ਨਹੀਂ ਦੱਸ ਸਕਦਾ, ਉਹ ਪਤਾ ਆ ਤੁਹਾਨੂੰ, ਤੁਸੀਂ ਜਾਣਦੇ ਹੀ ਹੋ। ਇਤਿਹਾਸ ਜੇ ਆਪਾਂ ਲੜੀ 'ਚ ਹੀ ਆਰੰਭ ਕਰਾਂਗੇ ਤੇ ਸਾਰਿਆਂ ਨੂੰ ਪਤਾ ਹੈ, ਪਰ ਆਪਾਂ ਸਮਝਣ ਵਾਸਤੇ ਜਦੋਂ ਤੁਸੀਂ ਸਮਝਣਾ ਨਾ ਉਹਨਾਂ ਇਤਿਹਾਸ ਦੀਆਂ ਕੜੀਆਂ ਨੂੰ, ਫਿਰ ਤੁਹਾਨੂੰ ਘਟਨਾਵਾਂ ਨੂੰ ਵੇਖਣਾ ਪੈਣਾ, ਔਰ ਉਹਨਾਂ ਘਟਨਾਵਾਂ ਦੇ ਕੰਪੈਰੀਜ਼ਨ ਤੋਂ ਬਿਨਾਂ ਅਸੀਂ ਅੱਜ ਦੇ ਸਮੇਂ ਦੀ ਸਹੀ ਤਰੀਕੇ ਨਾਲ ਪਰਖ ਨਹੀਂ ਕਰ ਸਕਦੇ, ਔਰ ਉਹ ਬਹੁਤ ਜ਼ਰੂਰੀ ਹੁੰਦਾ। ਕੋਸ਼ਿਸ਼ ਕਰਿਓ ਆਪਾਂ ਰਲ ਮਿਲ ਕੇ ਇਹਨੂੰ ਸਮਝੀਏ। ਭੁੱਲਾਂ ਚੁੱਕਾਂ ਮੇਰੀਆਂ ਸ਼ਬਦ ਗੁਰਦੇਵ ਪਿਤਾ ਜੀ ਦੇ ਇਤਿਹਾਸ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਸਭਨਾਂ ਦਾ ਧੰਨਵਾਦ, ਸ਼ੁਕਰਾਨਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ